Good morning to all leaders. My name is Manpreet और वेस्टीज च मेरा प्रेजेंट लेवल डायमंड डायरेक्टर है। ਅੱਜ ਦਾ ਟੌਪਿਕ ਹੈ ਆਪਣਾ ਪ੍ਰੋਸਪੈਕਟਿੰਗ। ਨੈਟਵਰਕ ਮਾਰਕੀਟਿੰਗ ਦੇ ਕੁਝ ਬੇਸਿਕ ਹੁੰਦੇ ਨੇ ਜਿਨ੍ਹਾਂ ਨੂੰ ਹਮੇਸ਼ਾ ਫੋਲੋ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਹੈ ਪ੍ਰੋਸਪੈਕਟਿੰਗ। ਪ੍ਰੋਸਪੈਕਟਿੰਗ ਜਿਹੜੀ ਹੈ ਸਾਡੇ ਬਿਜ਼ਨਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਜਿਹੜੀ ਨੈਟਵਰਕ ਮਾਰਕੀਟਿੰਗ ਦਾ ਇੱਕ ਅਹਿਮ ਹਿੱਸਾ ਹੈ। ਜੇ ਆਪਾਂ ਗੱਲ ਕਰੀਏ ਆਪਾਂ ਸਾਰਿਆਂ ਨੇ ਬਚਪਨ ਦੇ ਵਿੱਚ ਗਲੀ ਦੇ ਵਿੱਚ ਕ੍ਰਿਕਟ ਖੇਡਿਆ ਹੋਇਆ ਹੈ, ਪਰ ਕੀ ਉਸ ਕ੍ਰਿਕਟ ਤੋਂ ਆਪਾਂ ਨੂੰ ਕੋਈ ਇਨਕਮ ਲਈ, ਆਪਾਂ ਨੂੰ ਕੋਈ ਇਨਕਮ ਹੋਈ ਉਸ ਕ੍ਰਿਕਟ ਤੋਂ? ਨਹੀਂ, ਕਿਉਂਕਿ ਇਨਕਮ ਲੈਣ ਲਈ ਇਨਕਮ ਕਿਸੇ ਵੀ ਇੰਡਸਟਰੀ ਦੇ ਵਿੱਚ ਉਹੀ ਲੋਕ ਕਮਾਉਂਦੇ ਨੇ ਜਿਹੜੇ ਇਹਨੂੰ ਪ੍ਰੋਫੈਸ਼ਨਲੀ ਕਰਦੇ ਨੇ। ਸੋ ਅੱਜ ਨੈਟਵਰਕ ਮਾਰਕੀਟਿੰਗ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਜੁਆਇਨ ਕਰਦੇ ਨੇ। ਕਿਉਂਕਿ ਇੱਕ ਤਾਂ ਇਹਦੀ ਕੋਈ ਜੁਆਇਨਿੰਗ ਫੀਸ ਨਹੀਂ ਹੈ, ਕੋਈ ਸਟਾਰਟਿੰਗ ਕਾਸਟ ਨਹੀਂ ਹੈ, ਕੋਈ ਰੀਨਿਊਅਲ ਫੀਸ ਨਹੀਂ ਹੈ, ਔਰ ਸਭ ਤੋਂ ਵੱਡੀ ਗੱਲ ਕਿ ਕੋਈ ਵੱਡੀ ਇਨਵੈਸਟਮੈਂਟ ਵੀ ਨਹੀਂ ਹੈ। ਇਸ ਕਰਕੇ ਜਿਹੜੇ ਲੋਕ ਨੇ ਨਾ ਇਹਨੂੰ ਕੈਜੂਅਲੀ ਕਰਦੇ ਨੇ। ਕੈਜੂਅਲੀ ਮੀਨਸ ਕਿ ਕਦੀ ਕਰ ਲਿਆ ਕਦੀ ਨਹੀਂ ਕਰ ਲਿਆ, ਜਿਹਨੂੰ ਆਪਾਂ ਸਮ ਟਾਈਮ ਵੀ ਕਹਿ ਸਕਦੇ ਹਾਂ। ਹਫਤੇ 'ਚ 1 ਦਿਨ ਕਰ ਲਿਆ ਜਾਂ ਮਹੀਨੇ 'ਚ 2 ਦਿਨ ਕਰ ਲਿਆ, ਇਹਨੂੰ ਕਹਿੰਦੇ ਆ ਕੈਜੂਅਲੀ। ਕੈਜੂਅਲੀ ਕਰਨ ਦੇ ਕਾਰਨ ਉਹ ਲੋਕ ਉਹਨਾਂ ਰਿਜ਼ਲਟ ਨਹੀਂ ਲੈ ਪਾਉਂਦੇ ਜਿੰਨਾ ਉਹਨਾਂ ਦੇ ਅੰਦਰ ਪੋਟੈਂਸ਼ੀਅਲ ਹੁੰਦਾ, ਤੇ ਫਿਰ ਕੀ ਹੁੰਦਾ, ਉਹ ਲੋਕ ਅਸਫਲ ਹੋ ਜਾਂਦੇ ਨੇ ਤੇ ਫਿਰ ਉਹ ਲੋਕਾਂ ਦੇ ਲਈ ਬੈਡ ਐਗਜ਼ਾਮਪਲ ਬਣ ਜਾਂਦੇ ਨੇ। ਤੇ ਫਿਰ ਅਸਫਲ ਨੈਟਵਰਕਰ ਨੂੰ ਦੇਖ ਕੇ ਲੋਕ ਕਹਿੰਦੇ ਨੇ ਕਿ ਇਸ ਬਿਜ਼ਨਸ 'ਚ ਕੁਝ ਨਹੀਂ ਹੈ, ਇਹਨੇ ਵੀ ਕੀਤਾ ਬਿਜ਼ਨਸ, ਉਹਨੇ ਵੀ ਕੀਤਾ ਬਿਜ਼ਨਸ, ਇਸ ਬਿਜ਼ਨਸ 'ਚ ਕੁਝ ਨਹੀਂ ਹੈ, ਕੋਈ ਪੈਸਾ ਨਹੀਂ ਆਉਂਦਾ। ਪਰ ਅਸਲ ਕਾਰਨ ਕੀ ਹੈ ਕਿ ਆਪਾਂ ਕੀਤਾ ਕੀ ਹੈ, ਆਪਾਂ ਇੱਕ ਇੰਡਸਟਰੀ ਨੂੰ ਬਦਨਾਮ ਕੀਤਾ, ਆਪਾਂ ਇਹਨੂੰ ਪ੍ਰੋਫੈਸ਼ਨਲੀ ਨਹੀਂ ਕੀਤਾ। ਜੇਕਰ ਤੁਸੀਂ ਇਹਨੂੰ ਪ੍ਰੋਫੈਸ਼ਨਲੀ ਸਟਾਰਟ ਕਰਦੇ ਆ, ਜਦੋਂ ਵੀ ਆਪਾਂ ਇਹਨੂੰ ਪ੍ਰੋਫੈਸ਼ਨਲੀ ਸਟਾਰਟ ਕਰਦੇ ਆ ਤੇ ਇਹਦੇ ਵਿੱਚ ਆਪਾਂ ਬਹੁਤ ਵੱਡੀ ਅਚੀਵਮੈਂਟ ਲੈ ਸਕਦੇ ਹਾਂ। ਸੋ ਇਸ ਕਰਕੇ ਤੁਹਾਨੂੰ ਸਭ ਨੂੰ ਇਹ ਸੁਝਾਅ ਹੈ ਕਿ ਜਦੋਂ ਵੀ ਤੁਸੀਂ ਕਿਸੇ ਵੀ ਬਿਜ਼ਨਸ ਨੂੰ ਸਟਾਰਟ ਕਰਨਾ ਹੈ ਤਾਂ ਹਮੇਸ਼ਾ ਉਸਨੂੰ ਪ੍ਰੋਫੈਸ਼ਨਲ ਕਰਨਾ ਹੈ। ਤੁਸੀਂ ਦੇਖੋਗੇ ਕਿ ਜਦੋਂ ਅਸੀਂ ਉਸਨੂੰ ਪ੍ਰੋਫੈਸ਼ਨਲੀ ਕਰਦੇ ਹਾਂ ਤਾਂ ਫਿਰ ਆਪਾਂ ਨੈਚੁਰਲੀ ਕਿ ਆਪਾਂ ਨੂੰ ਉਹਦੇ ਵਿੱਚ ਅਚੀਵਮੈਂਟ ਬਹੁਤ ਵੱਡੀ ਆਉਂਦੀ ਹੈ। ਕਿਸੇ ਵੀ ਪ੍ਰੋਫੈਸ਼ਨਲੀ ਤੁਸੀਂ ਕ੍ਰਿਕਟਰ ਨੂੰ ਲੈ ਲਓ, ਸਚਿਨ ਤੇਂਦੁਲਕਰ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਵੀ ਇੱਕ ਬਹੁਤ ਵੱਡਾ ਸਮਾਂ ਆਪਣੇ ਪ੍ਰੋਫੈਸ਼ਨ ਨੂੰ ਦਿੱਤਾ ਤੇ ਅੱਜ ਰਿਜ਼ਲਟ ਕੀ ਹੈ ਕਿ ਅੱਜ ਉਹ ਬਹੁਤ ਜ਼ਿਆਦਾ ਪੈਸਾ ਕਮਾ ਰਹੇ। ਸੋ ਅੱਜ ਬਹੁਤ ਸਾਰੇ ਬੱਚੇ ਨੇ ਜਿਹੜੇ ਉਹਨਾਂ ਦੇ ਵਾਂਗ ਬਣਨਾ ਚਾਹੁੰਦੇ ਨੇ। ਸਚਿਨ ਜੀ ਜਿਹੜੇ ਨੇ ਉਹਨਾਂ ਬੱਚਿਆਂ ਦੇ ਲਈ ਰੋਲ ਮਾਡਲ ਨੇ। ਇਸ ਕਰਕੇ ਜੇ ਆਪਾਂ ਵੀ ਇਸ ਬਿਜ਼ਨਸ ਨੂੰ ਪ੍ਰੋਫੈਸ਼ਨਲੀ ਕਰਦੇ ਹਾਂ ਤਾਂ ਆਪਾਂ ਲੋਕਾਂ ਦੇ ਵਿੱਚ ਰੋਲ ਮਾਡਲ ਬਣਦੇ ਹਾਂ, ਨੇਮ ਕਮਾਉਂਦੇ ਹਾਂ, ਨਾਮ ਕਮਾਉਂਦੇ ਹਾਂ, ਬਹੁਤ ਸਾਰਾ ਪੈਸਾ ਵੀ ਅਰਨ ਕਰ ਸਕਦੇ ਹਾਂ। ਤਾਂ ਕੀ ਤੁਸੀਂ ਸਾਰੇ ਤਿਆਰ ਹੋ ਇੱਕ ਪ੍ਰੋਫੈਸ਼ਨਲ ਨੈਟਵਰਕਰ ਬਣਨ ਦੇ ਲਈ? ਇਫ ਯੈਸ ਤਾਂ ਅੱਜ ਦੀ ਮੀਟਿੰਗ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ। ਇੱਕ ਪ੍ਰੋਫੈਸ਼ਨਲ ਨੈਟਵਰਕਰ ਬਣਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਡੈਰੀ ਮੇਨਟੇਨ ਕਰਨੀ ਪਏਗੀ। ਸੋ ਬਹੁਤ ਵਾਰ ਡਿਸਟ੍ਰੀਬਿਊਟਰ ਨੂੰ ਕਿਹਾ ਜਾਂਦਾ ਹੈ ਕਿ ਆਪਣੀ ਡੈਰੀ ਮੇਨਟੇਨ ਕਰੋ, ਡੈਰੀ ਮੇਨਟੇਨ ਕਰੋ, ਬਟ ਉਹ ਡੈਰੀ ਮੇਨਟੇਨ ਨਹੀਂ ਕਰਦੇ। ਸੋ ਜੇ ਤੁਸੀਂ ਪ੍ਰੋਫੈਸ਼ਨਲ ਨੈਟਵਰਕਰ ਬਣਨਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਡੈਰੀ ਮੇਨਟੇਨ ਕਰਨੀ ਪਏਗੀ। ਤੁਹਾਨੂੰ ਆਪਣੀ ਡੈਰੀ ਦੇ ਪਹਿਲੇ ਪੇਜ ਦੇ ਉੱਤੇ ਆਪਣਾ ਨੇਮ, ਆਪਣੇ ਸਪਾਂਸਰ ਦਾ ਨੇਮ, ਆਪਣੇ ਡਾਇਮੰਡ ਡਾਇਰੈਕਟਰ ਦਾ ਨੇਮ, ਆਪਣੇ ਕਰਾਊਨ ਡਾਇਰੈਕਟਰ ਦਾ ਨੇਮ, ਆਪਣੇ DUCD ਯਾਨੀ ਡਬਲ ਯੂਨੀਵਰਸਲ ਕਰਾਊਨ ਡਾਇਰੈਕਟਰ ਦਾ ਨੇਮ, ਤੇ ਇੱਥੋਂ ਤੱਕ ਕਿ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਫੋਨ ਨੰਬਰ ਵੀ ਲਿਖਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਦੇ ਵੀ ਲਿਖਣ ਦੇ 2 ਕਾਰਨ ਨੇ। ਇੱਕ ਤਾਂ ਤੁਸੀਂ ਹਮੇਸ਼ਾ ਇਹਨਾਂ ਦੇ ਨਾਲ ਕੰਟੈਕਟ 'ਚ ਰਹੋਗੇ ਤੇ ਦੂਸਰਾ ਤੁਸੀਂ ਇਹਨਾਂ ਦੇ ਵਰਗਾ ਬਣਨਾ ਚਾਹੁੰਦੇ ਹੋ। ਸੋ ਜਦੋਂ ਵੀ ਤੁਹਾਨੂੰ ਜ਼ਰੂਰਤ ਪਵੇਗੀ ਇਹ ਤੁਹਾਨੂੰ ਹਮੇਸ਼ਾ ਸਹੀ ਮਾਰਗਦਰਸ਼ਨ ਦੇਣਗੇ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸਿਰਫ ਅਪਲਾਈਨ ਹੀ ਹੈ ਜੋ ਹਮੇਸ਼ਾ ਚਾਹੁੰਦਾ ਹੈ ਕਿ ਮੇਰੀ ਡਾਊਨਲਾਈਨ ਦਾ ਚੈੱਕ ਮੇਰੇ ਤੋਂ ਵੱਧ ਆਵੇ। ਉਹ ਹਮੇਸ਼ਾ ਚਾਹੁੰਦਾ ਹੈ ਕਿ ਮੇਰੀ ਡਾਊਨਲਾਈਨ ਜ਼ਿਆਦਾ ਕਾਮਯਾਬ ਹੋਵੇ। ਤੇ ਸਿਰਫ ਅਪਲਾਈਨ ਹੀ ਹੈ ਜੋ ਤੁਹਾਨੂੰ ਸਹੀ ਸਲਾਹ ਦੇ ਰਹੀ ਹੈ, ਕਿਉਂਕਿ ਬਾਕੀ ਅਦਰਵਾਈਜ਼ ਤੁਸੀਂ ਕਿਸੇ ਦੀ ਵੀ ਗੱਲ ਕਰ ਲਓ ਸਾਰੇ ਤੁਹਾਨੂੰ ਮਿਸਗਾਈਡ ਕਰਦੇ ਨੇ। ਵਟ ਇਜ਼ ਪ੍ਰੋਸਪੈਕਟਿੰਗ? ਪ੍ਰੋਸਪੈਕਟਿੰਗ ਹੈ ਕੀ ਹੈ, ਮਤਲਬ ਕੀ ਹੈ ਪ੍ਰੋਸਪੈਕਟਿੰਗ ਦਾ? ਪ੍ਰੋਸਪੈਕਟਿੰਗ ਦਾ ਮਤਲਬ ਹੈ ਕਿ ਕੁਝ ਅਜਿਹੇ ਲਫ਼ਜ਼ਾਂ ਦਾ ਤਾਲਮੇਲ ਬਣਾਉਣਾ ਕਿ ਸਾਹਮਣੇ ਵਾਲਾ ਬੰਦਾ ਤੁਹਾਡੀ ਗੱਲ ਸੁਣਨ ਲਈ ਰੈਡੀ ਹੋ ਜਾਏ। ਦੈਟ ਇਜ਼ ਕਾਲਡ ਪ੍ਰੋਸਪੈਕਟਿੰਗ। ਜਿਹੜੀ ਪ੍ਰੋਸਪੈਕਟਿੰਗ ਹੈ ਇਹ ਇਨਵੀਟੇਸ਼ਨ ਤੋਂ ਪਹਿਲਾਂ ਕੀਤੀ ਜਾਂਦੀ ਹੈ। ਪ੍ਰੋਸਪੈਕਟਿੰਗ 'ਚ ਅਸੀਂ ਸਾਹਮਣੇ ਵਾਲੇ ਪਰਸਨ ਦੇ ਬਾਰੇ ਜਾਣ ਸਕਦੇ ਹਾਂ ਕਿ ਉਹਦਾ ਨੇਚਰ ਕੀ ਹੈ, ਉਹਦੀ ਨੀਡ ਕੀ ਹੈ ਤੇ ਉਹ ਬੰਦਾ ਚਾਹੁੰਦਾ ਕੀ ਹੈ। ਤੇ ਜੇ ਉਹ ਵਿਅਕਤੀ ਇਸ ਬਿਜ਼ਨਸ 'ਚ ਆਉਂਦਾ ਹੈ ਤਾਂ ਕਿਉਂ ਆਉਂਦਾ ਹੈ, ਕੀ ਕਾਰਨ ਹੈ ਕਿ ਉਹ ਇਸ ਬਿਜ਼ਨਸ ਨੂੰ ਜੁਆਇਨ ਕਰੇਗਾ। ਤੇ ਜੇ ਆਪਾਂ ਕਿਸੇ ਵੀ ਵਿਅਕਤੀ ਨੂੰ ਆਪਣੇ ਫਾਇਦੇ ਲਈ ਬਿਜ਼ਨਸ ਜੁਆਇਨ ਕਰਾਉਂਦੇ ਹਾਂ ਕਿ ਉਹ ਆਏਗਾ ਤੇ ਸਾਨੂੰ ਪ੍ਰੋਫਿਟ ਦੇ ਕੇ ਜਾਏਗਾ, ਸਾਡਾ ਸਾਈਡ ਵੋਲੀਅਮ ਵੱਧ ਹੋ ਜਾਏਗਾ, ਸਾਡਾ ਸਾਈਡ ਮੇਨਟੇਨ ਹੋ ਜਾਏਗਾ, ਤੇ ਇਹ ਧਾਰਨਾ ਬਿਲਕੁਲ ਗਲਤ ਹੈ। ਕਿਉਂਕਿ ਜੇ ਇਸ ਧਾਰਨਾ ਦੇ ਨਾਲ ਤੁਸੀਂ ਕਿਸੇ ਵਿਅਕਤੀ ਨੂੰ ਜੁਆਇਨ ਕਰਵਾ ਵੀ ਲੈਂਦੇ ਹੋ, ਬਿਜ਼ਨਸ ਕਰਵਾ ਵੀ ਲੈਂਦੇ ਹੋ ਤੋਂ, ਤੇ ਤੁਹਾਡਾ ਜਿਹੜਾ ਬਿਜ਼ਨਸ ਹੈ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ। ਕਿਉਂਕਿ ਇਹ ਜਿਹੜਾ ਬਿਜ਼ਨਸ ਹੈ ਤੁਸੀਂ ਕਿਸੇ ਨੂੰ ਕਿੰਨੀ ਵੈਲਿਊ ਦਿੰਦੇ ਹੋ, ਇਹ ਉਹਦਾ ਬਿਜ਼ਨਸ ਹੈ। ਸੋ ਕੋਈ ਵੀ ਵਿਅਕਤੀ ਆਪਣੇ ਪਰਪਸ ਨੂੰ ਪੂਰਾ ਕਰਨ ਦੇ ਲਈ ਬਿਜ਼ਨਸ ਜੁਆਇਨ ਕਰੇਗਾ, ਨਾ ਕਿ ਤੁਹਾਨੂੰ ਬੈਨੀਫਿਟ ਦੇਣ ਲਈ, ਤੁਹਾਨੂੰ ਪ੍ਰੋਫਿਟ ਦੇਣ ਲਈ। ਸੋ ਪ੍ਰੋਸਪੈਕਟਿੰਗ 'ਚ ਤੁਹਾਨੂੰ ਹਮੇਸ਼ਾ ਉਸ ਪਰਸਨ ਦੀ ਨੀਡ, ਉਹਦੀ EMI ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਉਹਨੂੰ ਜੋ ਉਹਦੀ ਰਿਕੁਆਇਰਮੈਂਟ ਹੋਏਗੀ ਉਹਦੇ ਅਕੋਰਡਿੰਗਲੀ ਤੁਸੀਂ ਉਹਨੂੰ ਬਿਜ਼ਨਸ ਓਪਰਚੁਨਿਟੀ ਹਮੇਸ਼ਾ ਦਿਖਾਉਣੀ ਚਾਹੀਦੀ ਹੈ।
ਸੋ ਪ੍ਰੋਸਪੈਕਟਿੰਗ ਦੇ ਲਈ ਸਭ ਤੋਂ ਪਹਿਲਾਂ ਕਿ ਸਾਡੇ ਕੋਲ ਲਿਸਟ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਲਿਸਟ ਤੋਂ ਵੀ ਪਹਿਲਾਂ ਜੇ ਗੱਲ ਕਰੀਏ ਤਾਂ ਸਾਡਾ ਜਿਹੜਾ ਮਾਈਂਡ ਹੈ ਉਹ ਸੈੱਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜੇਕਰ ਸਾਡਾ ਕੋਈ ਵੀ ਕੰਮ ਜਦੋਂ ਆਪਾਂ ਸਟਾਰਟ ਕਰਦੇ ਆ, ਜੇ ਸਾਡਾ ਮਾਈਂਡ ਹੀ ਸੈੱਟ ਨਹੀਂ ਹੈਗਾ ਤਾਂ ਨੈਚੁਰਲੀ ਆ ਕਿ ਅਸੀਂ ਬਹੁਤ ਸਾਰੀਆਂ ਮਿਸਟੇਕਸ ਕਰਦੇ ਹਾਂ, ਬਹੁਤ ਜ਼ਿਆਦਾ ਗਲਤੀਆਂ ਕਰ ਲੈਂਦੇ ਹਾਂ। ਕਿਉਂਕਿ ਸਾਡੇ ਮਨ ਦੇ ਵਿੱਚ ਜਦੋਂ ਵੀ ਸਾਡੇ ਮਨ ਦੇ ਵਿੱਚ ਕਿਸੇ ਵੀ ਕਿਸਮ ਦਾ ਡਰ ਹੁੰਦਾ ਹੈ, ਯਾਨੀ ਫੀਅਰ ਆਫ ਰਿਜੈਕਸ਼ਨ ਦਾ, ਤਾਂ ਫਿਰ ਅਸੀਂ ਉਸ ਬਿਜ਼ਨਸ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਜੇ ਇਸ ਬਿਜ਼ਨਸ ਮੈਂ ਜੇ ਇਸ ਨੂੰ ਬਿਜ਼ਨਸ ਦੀ ਕਿਸੇ ਨੂੰ ਵੀ ਆਪਾਂ ਦੀ ਗੱਲ ਕਰੀਏ ਕਿ ਜੇ ਕਿਸੇ ਦੇ ਮਾਈਂਡ ਦੇ ਵਿੱਚ ਇਹ ਗੱਲ ਹੋਵੇ ਕਿ ਮੈਨੂੰ ਕਿਸੇ ਵੀ ਕਿਸਮ ਦਾ ਉਹਦੇ ਮਨ 'ਚ ਕੋਈ ਵੀ ਡਰ ਹੈ, ਡਰ ਕੀ ਹੁੰਦਾ ਕਿ ਜੇ ਮੈਂ ਕਿਸੇ ਨੂੰ ਬਿਜ਼ਨਸ ਓਪਰਚੁਨਿਟੀ ਦਿਖਾਵਾਂਗਾ ਤੇ ਬੰਦਾ ਨੋ ਕਹਿ ਦੇਗਾ, ਇਹ ਵਾਲਾ ਡਰ, ਤੇ ਇਹਦੇ ਨਾਲ ਫਿਰ ਨੈਚੁਰਲੀ ਉਹ ਬੰਦਾ ਸਕਸੈਸ ਨਹੀਂ ਹੋ ਸਕਦਾ। ਜਾਂ ਅਕਸਰ ਮੈਂ ਦੇਖਿਆ ਕਿ ਕਈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੁੰਦਾ ਹੈ ਕਿ ਉਹ ਬਹੁਤ ਕੁਝ ਲਾਈਫ ਦੇ ਵਿੱਚ ਕਰ ਸਕਦੇ ਨੇ, ਪਰ ਸਿਰਫ ਇਸ ਦੇ ਫੀਅਰ ਆਫ ਰਿਜੈਕਸ਼ਨ ਦੇ ਕਰਕੇ ਉਹ ਬਿਜ਼ਨਸ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਸੋ ਇੱਥੇ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਇਨਸਪਾਇਰੇਸ਼ਨ ਸਟੋਰੀ ਦੱਸਦੀ ਹਾਂ ਜੋਹਨ ਦੀ। ਜੋਹਨ ਜੋ ਕਿ USA ਦਾ ਇੱਕ ਲੜਕਾ ਸੀਗਾ ਤੇ ਉਹਨਾਂ ਨੂੰ ਸਮਰ ਦੀ ਵੈਕੇਸ਼ਨਸ ਹੋਈਆਂ, ਛੁੱਟੀਆਂ ਹੋਈਆਂ, ਔਰ ਉਹਦੇ ਵਿੱਚ ਉਹਨਾਂ ਨੂੰ ਟਾਰਗੇਟ ਦਿੱਤਾ ਗਿਆ, ਇੱਕ ਟਾਸਕ ਦਿੱਤਾ ਗਿਆ ਕਿ ਤੁਸੀਂ 50 ਬਾਈਬਲ ਜਿਹੜੀਆਂ ਨੇ ਉਹ ਸੇਲ ਕਰਨੀਆਂ ਨੇ। ਤੇ ਉਹਦੇ ਲਈ ਜਿਹੜਾ ਜੋ ਵੀ ਉਹਦੇ ਚ ਪੈਸਾ ਆਣਾ ਸੀਗਾ, ਉਹ ਪੈਸਾ ਗਰੀਬ ਬੱਚਿਆਂ ਨੂੰ ਚੈਰਿਟੀ ਮਿਲਣੀ ਸੀ, ਗਰੀਬ ਬੱਚਿਆਂ ਨੂੰ ਦਾਨ ਕਰਨਾ ਸੀ, ਉਹਨਾਂ ਨੇ ਅਨਾਥ ਆਸ਼ਰਮ ਦੇ ਵਿੱਚ ਪੈਸਾ ਦੇਣਾ ਸੀ। ਸੋ ਇਹ ਕਰਕੇ ਸਾਰੇ ਬੱਚਿਆਂ ਨੂੰ ਇਹ ਦਿੱਤਾ ਗਿਆ ਕਿ ਤੁਹਾਨੂੰ ਛੁੱਟੀਆਂ ਦਾ ਹੋਮਵਰਕ ਕੀ ਹੈ ਕਿ ਤੁਸੀਂ 50 ਬਾਈਬਲ ਜਿਹੜੀਆਂ ਨੇ ਉਹ ਸੇਲ ਕਰਨੀਆਂ ਨੇ। ਸੋ ਬੱਚੇ ਬਹੁਤ ਜ਼ਿਆਦਾ ਐਕਸਾਈਟਡ ਹੋਏ, ਘਰ ਆਏ, ਖੁਸ਼ੀ ਉਹ ਘਰ ਆਏ ਕਿ ਹੁਣ ਸਾਨੂੰ ਛੁੱਟੀਆਂ ਹੋ ਗਈਆਂ, ਔਰ ਛੁੱਟੀਆਂ ਦਾ ਜਿਹੜਾ ਕੰਮ ਹੈ ਸਾਨੂੰ ਬਹੁਤ ਸੌਖਾ ਮਿਲਿਆ। ਸੋ ਜੋਹਨ ਵੀ ਆਪਣੇ ਘਰ ਦੇ ਵਿੱਚ ਆਇਆ, ਉਸ ਤੋਂ ਬਾਅਦ ਉਹਨੇ ਨੈਕਸਟ ਡੇ ਆਪਣੀ ਤਿਆਰੀ ਕੀਤੀ ਕਿ ਮੈਂ ਨੈਕਸਟ ਡੇ ਤੋਂ ਆਪਣਾ ਵਰਕ ਜਿਹੜਾ ਸਟਾਰਟ ਕਰਾਂਗਾ। ਤੇ ਅਗਲੇ ਦਿਨ ਉਹ ਬਹੁਤ ਜ਼ਿਆਦਾ ਫੁੱਲ ਐਕਸਾਈਟਮੈਂਟ ਦੇ ਨਾਲ, ਫੁੱਲ ਨੌਲੇਜ ਦੇ ਨਾਲ ਉਹ ਆਪਣੇ ਘਰ ਤੋਂ ਬਾਹਰ ਗਿਆ ਤੇ ਉਹਨੇ ਕਿਹਾ ਵੀ ਚਲੋ ਮੈਂ ਜਾ ਕੇ ਜਿਹੜੀਆਂ 5-7 ਬਾਈਬਲਸ ਨੇ ਅੱਜ ਵੇਚ ਕੇ ਆਉਣਾ ਆ, ਤੇ ਫਿਰ ਨੈਕਸਟ ਜਿਹੜੀਆਂ ਨੇ ਉਸ ਤੋਂ ਬਾਅਦ ਆਪਾਂ ਟਾਰਗੇਟ ਕਰ ਦੇਵਾਂਗੇ। ਤਾਂ ਪਹਿਲੀ ਡੋਰ ਤੇ ਜਦੋਂ ਜਾਂਦਾ, ਨੋਕ ਕਰਦਾ, ਦਰਵਾਜ਼ੇ ਤੇ ਜਾਂਦਾ, ਤਾਂ ਉਹਨੂੰ ਰਿਜੈਕਸ਼ਨ ਹੈਂਡਲ ਕਰਨ ਨੂੰ ਮਿਲਦੀ ਹੈ। ਸੋ ਫਿਰ ਉਹ ਸੈਕਿੰਡ ਡੋਰ ਤੇ ਜਦੋਂ ਜਾਂਦਾ, ਜਦੋਂ ਨੋਕ ਕਰਦਾ, ਸੋ ਉਹ ਜੋਹਨ ਜਿਹੜਾ ਛੋਟਾ ਜਿਹਾ ਬੱਚਾ ਹੁੰਦਾ, ਬਹੁਤ ਜ਼ਿਆਦਾ ਡਰਿਆ ਹੁੰਦਾ, ਤੇ ਉੱਥੇ ਜੇ ਇੱਕ ਲੇਡੀ ਦਰਵਾਜ਼ਾ ਖੋਲਦੀ ਹੈ, ਉਹਨੂੰ ਬਹੁਤ ਗੁੱਸਾ ਚੜਿਆ ਹੁੰਦਾ, ਉਹਨੂੰ ਸਿੱਧਾ ਹੀ ਬੋਲਦੀ ਹੈ ਕਿ ਦੱਸ ਤੈਨੂੰ ਕੀ ਚਾਹੀਦਾ, ਵੀ ਕਿਉਂ ਆਇਆ ਤੂੰ। ਤੇ ਜਿਹੜਾ ਜੋਹਨ ਹੁੰਦਾ ਬਹੁਤ ਜ਼ਿਆਦਾ ਘਬਰਾ ਜਾਂਦਾ, ਕਹਿੰਦਾ ਬਾਈਬਲ ਵੇਚਣੀ ਹੈ, ਬਾਈਬਲ ਲੈ ਲਓ। ਤੇ ਉਹ ਲੇਡੀ ਅੱਗੋਂ ਕਹਿੰਦੀ ਹੈ ਮੈਂ ਤੇਰੇ ਤੋਂ ਬਾਈਬਲ ਕਿਉਂ ਖਰੀਦਾਂ। ਤੇ ਜੋਹਨ ਫਿਰ ਚੁੱਪ ਕਰ ਜਾਂਦਾ, ਉੱਥੋਂ ਵੀ ਉਹਨੂੰ ਰਿਜੈਕਸ਼ਨ ਮਿਲ ਜਾਂਦੀ ਹੈ। ਹੁਣ ਉਹ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਹੁੰਦਾ, ਘਬਰਾ ਜਾਂਦਾ, ਇੱਥੋਂ ਤੱਕ ਕਿ ਉਹਦੀ ਆਵਾਜ਼ ਵੀ ਜਿਹੜੀ ਹੈ ਨਾ ਉਹ ਵੀ ਲਟਖਣਾਣੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਜਾਂਦਾ, ਤੀਸਰੇ ਦਰਵਾਜ਼ੇ ਤੇ ਜਾਂਦਾ, ਉੱਥੇ ਜਾ ਕੇ ਨੋਕ ਕਰਦਾ, ਉੱਥੇ ਵੀ ਇੱਕ ਵਿਅਕਤੀ ਆਉਂਦਾ, ਉਹਨੂੰ ਪਹਿਲਾਂ ਤੋਂ ਹੀ ਬੜਾ ਗੁੱਸਾ ਚੜਿਆ ਹੁੰਦਾ, ਤੇ ਉਹ ਜਦੋਂ ਆਉਂਦਾ ਇੱਥੇ, ਜਦੋਂ ਬਾਹਰ ਆਣ ਕੇ ਦੇਖਦਾ, ਉਸ ਟਾਈਮ ਜਿਹੜੀ ਜੋਹਨ ਦੀ ਬੋਡੀ ਲੈਂਗੁਏਜ ਹੁੰਦੀ ਹੈ ਉਹ ਬਿਲਕੁਲ ਗਿਰ ਚੁੱਕੀ ਹੁੰਦੀ ਹੈ, ਯਾਨੀ ਬਹੁਤ ਜ਼ਿਆਦਾ ਉਹ ਡਰ ਚੁੱਕਿਆ ਹੁੰਦਾ। ਉਹ ਆਉਂਦਾ, ਜਦੋਂ ਪੁੱਛਦਾ ਜੋਹਨ ਨੂੰ ਵੀ ਦੱਸ ਤੈਨੂੰ ਕੀ ਚਾਹੀਦਾ, ਤੇ ਜੋਹਨ ਕੁਛ ਵੀ ਨਹੀਂ ਬੋਲਦਾ, ਈਵਨ ਉਹਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਨਿਕਲ ਜਾਂਦੇ ਨੇ। ਹੁਣ ਜੋਹਨ ਦੀ ਹਿੰਮਤ ਇੰਨੀ ਜ਼ਿਆਦਾ ਟੁੱਟ ਗਈ ਕਿ ਉਹਦੀ ਹਿੰਮਤ ਹੀ ਨਹੀਂ ਪਈ ਕਿ ਉਹ ਨੈਕਸਟ ਡੋਰ ਤੇ ਚਲੇ ਜਾਵੇ। ਘਰ ਆਉਂਦਾ, ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਦਿੰਦਾ, ਜੂਸ ਨਹੀਂ ਪੀਂਦਾ, ਰੋਟੀ ਨਹੀਂ ਖਾਂਦਾ, ਫਰੂਟ ਨਹੀਂ ਖਾਂਦਾ, ਕੁਛ ਨਹੀਂ ਖਾਂਦਾ। ਉਹਦੀ ਮਦਰ ਉਹਨੂੰ ਬਹੁਤ ਆਵਾਜ਼ਾਂ ਮਾਰਦੀ ਹੈ ਵੀ ਕੀ ਗੱਲ ਹੋਈ ਹੈ, ਤੂੰ ਮੈਨੂੰ ਦੱਸ ਤਾਂ ਸੀ, ਬਟ ਉਹ ਕੁਛ ਨਹੀਂ ਕਹਿੰਦਾ, ਆਪਣੇ ਆਪ ਨੂੰ ਅੰਦਰ ਬੰਦ ਕਰ ਦਿੰਦਾ। ਸ਼ਾਮ ਨੂੰ ਉਹਦੇ ਫਾਦਰ ਆਉਂਦੇ ਨੇ, ਜੋ ਕਿ ਬਹੁਤ ਵਧੀਆ ਬਿਜ਼ਨਸਮੈਨ ਨੇ ਔਰ ਸੇਲਸ ਦੇ ਵਿੱਚੋਂ ਮਾਸਟਰ ਨੇ, ਤੇ ਉਹ ਆਣ ਕੇ ਉਹਨੂੰ ਪੁੱਛਦੇ ਨੇ ਜੋਹਨ ਨੂੰ, ਤੇ ਬੜੇ ਪਿਆਰ ਨਾਲ ਪੁੱਛਦੇ ਨੇ ਕਿ ਦੱਸ ਕੀ ਗੱਲ ਹੋਈ। ਤੇ ਫਿਰ ਜੋਹਨ ਉਹਨਾਂ ਨੂੰ ਸਾਰੀ ਗੱਲ ਦੱਸਦਾ ਹੈ, ਤੇ ਉਹਦੇ ਫਾਦਰ ਸਾਹਿਬ ਹੱਸਦੇ ਨੇ, ਤੇ ਉਹਨੂੰ ਕਹਿੰਦੇ ਵੀ ਇਹ ਕਿਹੜੀ ਏਡੀ ਵੱਡੀ ਗੱਲ ਹੈ, ਜੇ ਤੇਰੀਆਂ ਬਾਈਬਲਸ ਵਿਕ ਗਈਆਂ ਤਾਂ ਠੀਕ ਹੈ, ਜੇ ਨਹੀਂ ਵਿਕਣਗੀਆਂ ਤੇ ਸਾਰੀਆਂ ਬਾਈਬਲਸ ਤੇਰੀਆਂ ਮੈਂ ਪਰਚੇਜ਼ ਕਰ ਲਾਂਗਾ, ਪਰ ਤੂੰ ਸਿਰਫ ਇੱਕ ਕੰਮ ਕਰਨਾ ਹੈ ਕਿ ਤੂੰ ਹਰ ਰੋਜ਼ ਜਾਣਾ ਹੈ ਔਰ 10 ਘਰ ਜਾ ਕੇ ਦਰਵਾਜ਼ਾ ਖੜਕਾਣਾ ਹੈ, ਔਰ ਲਾਸਟ ਦਿਨ ਤੇਰੇ ਕੋਲ ਜਿੰਨੀਆਂ ਵੀ ਬਾਈਬਲਸ ਵਿੱਚ ਬਚ ਜਾਣਗੀਆਂ ਉਹ ਸਾਰੀਆਂ ਬਾਈਬਲ ਤੇਰੀਆਂ ਮੈਂ ਖਰੀਦ ਲਾਂਗਾ। ਤੇ ਤੂੰ ਜਾ ਕੇ ਕੀ ਗੱਲ ਕਰਨੀ ਹੈ, ਤੂੰ ਜਾ ਕੇ ਕਹਿਣਾ ਹੈ ਕਿ ਆਈ ਐਮ ਜੋਹਨ, ਮੇਰਾ ਨਾਮ ਜੋਹਨ ਹੈ, ਮੈਂ 5th ਕਲਾਸ ਦੇ ਵਿੱਚ ਪੜ੍ਹਦਾ ਹਾਂ, ਤੇ ਮੈਨੂੰ ਸਕੂਲ ਦਾ ਇਹ ਹੋਮਵਰਕ ਮਿਲਿਆ ਜਾਂ ਟਾਸਕ ਮਿਲਿਆ ਕਿ ਮੈਂ 50 ਬਾਈਬਲ ਜਿਹੜੀਆਂ ਨੇ ਉਹ ਸੇਲਸ ਕਰਨੀਆਂ ਨੇ, ਔਰ ਇਹ ਜਿਹੜਾ ਪੈਸਾ ਸਾਨੂੰ ਆਏਗਾ ਇਹ ਅਸੀਂ ਗਰੀਬ ਬੱਚਿਆਂ ਜਾਂ ਅਨਾਥ ਆਸ਼ਰਮ ਦੇ ਵਿੱਚ ਦਾਨ ਕਰਨਾ। ਸੋ ਇਸੇ ਤਰ੍ਹਾਂ ਜੋਹਨ ਕਰਦਾ ਹੈ। ਜੋਹਨ ਪਹਿਲੇ ਘਰ ਦੇ ਵਿੱਚ ਜਾਂਦਾ ਹੈ, ਦਰਵਾਜ਼ਾ ਖਟਖਟਾਉਂਦਾ ਹੈ, ਉੱਥੇ ਇੱਕ ਲੇਡੀ ਮਿਲਦੀ ਹੈ। ਜੋਹਨ ਉਹਨੂੰ ਸੇਮ ਇਸੇ ਤਰ੍ਹਾਂ ਹੀ ਗੱਲ ਦੱਸਦਾ ਹੈ ਕਿ ਮੈਂ ਬਾਈਬਲ ਇਹ ਤੁਹਾਨੂੰ ਦੇਣ ਆਇਆ ਵੀ ਤੁਸੀਂ ਖਰੀਦ ਲਓ, ਤੇ ਇਹ ਬਾਈਬਲ ਫਿਰ ਜੋ ਵੀ ਇਹਦੇ ਪੈਸੇ ਆਣਗੇ ਉਹ ਅਸੀਂ ਚੈਰਿਟੀ ਨੂੰ ਦਾਨ ਕਰਨੇ ਨੇ। ਸੋ ਲੇਡੀ ਬਹੁਤ ਖੁਸ਼ ਹੁੰਦੀ ਹੈ, ਐਕਸਾਈਟਡ ਹੁੰਦੀ ਹੈ ਕਿ ਛੋਟਾ ਜਿਹਾ ਬੱਚਾ ਕਿੰਨਾ ਵਧੀਆ ਕੰਮ ਕਰ ਰਿਹਾ, ਉਹਦੇ ਤੋਂ ਬਾਈਬਲ ਪਰਚੇਜ਼ ਕਰ ਲੈਂਦੀ ਹੈ। ਜੋਹਨ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਹਦੀ ਬਾਈਬਲ ਜਿਹੜੀ ਹੈ ਉਹ ਇੱਕ ਵਿਕ ਚੁੱਕੀ ਹੁੰਦੀ ਹੈ, ਉਹਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ, ਉਹਦਾ ਮੋਟੀਵੇਸ਼ਨ ਲੈਵਲ ਹੋਰ ਜ਼ਿਆਦਾ ਹਾਈ ਹੋ ਜਾਂਦਾ ਹੈ। ਫਿਰ ਉਹ ਸੈਕਿੰਡ ਡੋਰ ਤੇ ਜਾਂਦਾ ਹੈ, ਔਰ ਉਹ ਲੇਡੀ ਉਹਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਮਿਲਦੀ ਹੈ,
ਉਹਨੂੰ ਆਪਣੇ ਘਰ ਦੇ ਅੰਦਰ ਬਿਠਾਉਂਦੀ ਹੈ, ਉਹਨੂੰ ਦੁੱਧ ਦਾ ਗਲਾਸ ਦਿੰਦੀ ਹੈ, ਫਿਰ ਉਹ ਆਪਣੇ ਨਾਲ 5-7 ਲੇਡੀਜ਼ ਨੂੰ ਹੋਰ ਪਿਲਾ ਲੈਂਦੀ ਹੈ ਕਿ ਦੇਖੋ ਬੱਚਾ ਕਿੰਨਾ ਅੱਛਾ ਕੰਮ ਕਰ ਰਿਹਾ। ਜੋ ਹੁੰਦੀਆਂ ਬਾਈਬਲਸ ਜਿਹੜੀਆਂ ਨੇ ਉੱਥੇ 6 ਬਾਈਬਲਸ ਜਿਹੜੀਆਂ ਨੇ ਉਹਦੀਆਂ ਵਿਕ ਜਾਂਦੀਆਂ ਨੇ। ਤੀਸਰੇ ਘਰ 'ਚ ਜਾਂਦਾ ਹੈ, ਉੱਥੇ ਵੀ ਉਹਨੂੰ ਪੋਜ਼ਿਟਿਵ ਰਿਸਪੌਂਸ ਮਿਲਦਾ ਹੈ, ਔਰ ਸ਼ਾਮ ਤੱਕ ਜੋਹਨ ਜਿਹੜਾ 12 ਬਾਈਬਲਸ ਜਿਹੜੀਆਂ ਨੇ ਵੇਚ ਜਾਂਦਾ ਹੈ। ਕਿ ਇਹਦੇ ਤੋਂ ਆਪਾਂ ਨੂੰ ਕੀ ਹੈ ਕਿ ਉਹਦੇ ਮਨ ਦੇ ਵਿੱਚ ਜਿਹੜਾ ਫੀਅਰ ਆਫ ਰਿਜੈਕਸ਼ਨ ਸੀ, ਕਿ ਜੇ ਉਹਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੀ ਕਿ ਜੇ ਮੇਰੀਆਂ ਬਾਈਬਲ ਨਾ ਵੀ ਵਿਕੀਆਂ ਤੇ ਮੇਰੇ ਫਾਦਰ ਨੇ ਮੇਰੇ ਤੋਂ ਹੀ ਲੈ ਲੈਣੀਆਂ। ਸੋ ਜਦੋਂ ਤੱਕ ਸਾਡੇ ਮਾਈਂਡ ਦੇ ਵਿੱਚੋਂ ਇਹ ਫੀਅਰ ਆਫ ਰਿਜੈਕਸ਼ਨ ਯਾਨੀ ਨੋ ਵਾਲਾ ਸਾਡੇ ਦਿਮਾਗ ਦੇ ਵਿੱਚੋਂ ਨਹੀਂ ਨਿਕਲਦਾ, ਜੇ ਤੁਹਾਡੇ ਮਨ 'ਚ ਹਮੇਸ਼ਾ ਇਹੀ ਹੋਏਗਾ ਕਿ ਮੈਂ ਸਿਰਫ ਓਪਰਚੁਨਿਟੀ ਦਿਖਾਣੀ ਹੈ, ਬੰਦਾ ਜੈਸ ਕਰੇ ਜਾਂ ਨਾ ਕਰੇ ਇਹ ਬਾਅਦ ਦੀ ਗੱਲ ਹੈ, ਪਰ ਤੁਸੀਂ ਆਪਣੇ ਮਨ ਦੇ ਵਿੱਚ ਉਹਨੂੰ ਤੁਸੀਂ ਇੱਕ ਵਾਰੀ ਉਹਨੂੰ ਓਪਰਚੁਨਿਟੀ ਦਿਖਾਣੀ ਹੀ ਦਿਖਾਣੀ। ਜਦੋਂ ਤੁਹਾਡੇ ਮਨ 'ਚੋਂ ਇਹ ਡਰ ਨਿਕਲ ਜਾਏਗਾ ਤਾਂ ਨੈਚੁਰਲੀ ਆ ਤੁਹਾਨੂੰ ਵੀ ਸਕਸੈਸ ਜਿਹੜੀ ਉਹ ਹਮੇਸ਼ਾ ਮਿਲੇਗੀ। ਨੈਟਵਰਕ ਮਾਰਕੀਟਿੰਗ ਦੇ ਵਿੱਚ ਹਮੇਸ਼ਾ ਅਸੀਂ ਅੱਗੇ ਦੀ ਅੱਗੇ ਹੀ ਵਧਣਾ ਹੈ, ਯਾਨੀ ਰੁਕਣਾ ਨਹੀਂ ਹੈ, ਕਿਉਂਕਿ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈ ਜਿਹੜੀ ਚੱਲਣ ਤੋਂ ਰੁਕਦੀ ਹੈ। ਯੂਨੀਵਰਸ ਜਿਹੜੀ ਆ ਕਦੀ ਨਹੀਂ ਰੁਕਦੀ, ਉਹ ਹਮੇਸ਼ਾ ਚੱਲਦੀ ਰਹਿੰਦੀ ਹੈ। ਸੋ ਪਰੇਸ਼ਾਨ ਉਹ ਲੋਕ ਹੁੰਦੇ ਨੇ ਜਿਹੜੇ ਦੂਸਰਿਆਂ ਦੀ ਪਰੇਸ਼ਾਨੀਆਂ ਨੂੰ ਦੇਖ ਕੇ ਰੁਕ ਜਾਂਦੇ ਨੇ। ਲਿਸਟ ਮੇਕਿੰਗ, ਪ੍ਰੋਸਪੈਕਟਿੰਗ ਦੇ ਵਿੱਚ ਲਿਸਟ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ 100 ਦੇ ਵਿੱਚੋਂ 90% ਲੋਕ ਨੇ ਜਿਹੜੇ ਕਹਿਣ ਦੇ ਬਾਵਜੂਦ ਵੀ ਲਿਸਟ ਨਹੀਂ ਬਣਾਉਂਦੇ। ਬਹੁਤ ਕਿਹਾ ਜਾਂਦਾ ਡਿਸਟਰੀਬਿਊਟਰਸ ਨੂੰ ਕਿ ਤੁਸੀਂ ਆਪਣੀ ਲਿਸਟ ਬਣਾਓ ਬਟ ਉਹ ਲਿਸਟ ਨਹੀਂ ਬਣਾਉਂਦੇ। ਸੋ ਬਹੁਤ ਸਾਰੇ ਡਿਸਟਰੀਬਿਊਟਰ ਨੇ ਉਹ ਕੀ ਕਹਿੰਦੇ ਨੇ ਕਿ ਸਾਨੂੰ ਲਿਸਟ ਦੀ ਜ਼ਰੂਰਤ ਹੀ ਕੀ ਹੈ, ਸਾਨੂੰ ਤਾਂ ਸਾਰੇ ਨਾਮ ਹੀ ਯਾਦ ਨੇ, ਸਾਡੇ ਮਾਈਂਡ ਦੇ ਵਿੱਚ ਸਭ ਕੁਝ ਸਾਨੂੰ ਯਾਦ ਹੈ। ਬਟ ਬਾਰ-ਬਾਰ ਕਿਹਾ ਜਾਂਦਾ ਹੈ ਕਿ ਜਿਹੜਾ ਪੇਪਰ ਔਰ ਪੈਨ ਹੈ ਉਹ ਬਣਿਆ ਹੀ ਇਸ ਕਰਕੇ ਹੈ ਕਿ ਆਪਾਂ ਲਿਖ ਕੇ ਯਾਦ ਰੱਖ ਸਕੀਏ। ਸੋ ਜਦੋਂ ਵੀ ਆਪਾਂ ਲਿਸਟ ਬਣਾਉਣੀ ਹੈ ਤਾਂ ਆਪਾਂ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਸਾਡੇ ਮਨ 'ਚ ਕਦੀ ਵੀ ਇਹ ਵਿਚਾਰ ਨਹੀਂ ਆਉਣਾ ਚਾਹੀਦਾ ਕਿ ਮੈਂ ਇਸ ਬੰਦੇ ਦਾ ਨਾਮ ਲਿਖਾਂ ਜਾਂ ਇਸ ਬੰਦੇ ਦਾ ਨਾਮ ਨਾ ਲਿਖਾਂ। ਜਦ ਤੱਕ ਤੁਹਾਡੇ ਮਨ 'ਚ ਇਹ ਵਿਚਾਰ ਨਹੀਂ ਆਉਂਦੇ ਕਿ ਮੈਂ ਜੇ ਇਸ ਇਨਸਾਨ ਦਾ ਨਾਮ ਆਪਣੀ ਲਿਸਟ 'ਚ ਨਾ ਲਿਖਿਆ ਤਾਂ ਇਸ ਇਨਸਾਨ ਦੇ ਸੁਪਨੇ ਕਦੀ ਵੀ ਪੂਰੇ ਨਹੀਂ ਹੋਣਗੇ, ਤਾਂ ਸਮਝੋ ਕਿ ਤੁਸੀਂ ਅਜੇ ਤੱਕ ਵੈਸਟੀਜ਼ ਨੂੰ ਸਮਝ ਹੀ ਨਹੀਂ ਸਕੇ। ਕਿਉਂਕਿ ਅੱਜ ਮੇਰੇ ਕੋਲ ਮੌਕਾ ਹੈ ਕਿਸੇ ਨੂੰ ਮੌਕਾ ਦੇਣ ਦਾ। ਮੈਂ ਇਸ ਪਲੇਟਫਾਰਮ ਤੋਂ ਆਪਣੀ ਜ਼ਿੰਦਗੀ ਬਦਲੀ ਕੀਤੀ ਹੈ ਤਾਂ ਮੈਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਬਦਲੀ ਕਰ ਸਕਦਾ। ਤਾਂ ਜਦੋਂ ਵੀ ਲਿਸਟ ਬਣਾਉਣੀ ਹੈ ਤੁਸੀਂ ਲਿਸਟ ਦੇ ਵਿੱਚ ਮੈਕਸਿਮਮ ਪਰਸਨ ਦਾ ਨਾਮ ਲਿਖਣਾ ਹੈ, ਕਿਉਂਕਿ ਕੁਝ ਲੋਕ ਜਿਹੜੇ ਨੇ ਉਹ ਤੁਹਾਡੇ ਕਹਿਣ ਤੇ ਜੁੜਨਗੇ, ਕੁਝ ਲੋਕ ਤੁਹਾਨੂੰ ਦੇਖ ਕੇ ਜੁੜਨਗੇ ਤੇ ਕੁਝ ਲੋਕ ਤੁਹਾਡੀ ਅਪਲਾਈਨ ਦੇ ਕਹਿਣ ਤੇ ਤੁਹਾਡੇ ਨਾਲ ਆਉਣਗੇ, ਪਰ ਆਉਣਗੇ ਜ਼ਰੂਰ। ਸੋ ਜਿਨ੍ਹਾਂ ਪਰਸਨ ਦੀ ਲਿਸਟ ਇਸ ਬਿਜ਼ਨਸ ਦੇ ਵਿੱਚ ਬਹੁਤ ਛੋਟੀ ਹੁੰਦੀ ਹੈ ਤਾਂ ਉਹਨਾਂ ਦੀ ਇਨਕਮ ਤੇ ਉਹਨਾਂ ਦਾ ਲੈਵਲ ਵੀ ਜਿਹੜਾ ਬਹੁਤ ਜ਼ਿਆਦਾ ਛੋਟਾ ਹੁੰਦਾ ਹੈ। ਸੋ ਜਿੰਨੀ ਜ਼ਿਆਦਾ ਤੁਹਾਡੀ ਲਿਸਟ ਵੱਡੀ ਹੋਏਗੀ ਉਨੇ ਹੀ ਜ਼ਿਆਦਾ ਤੁਹਾਨੂੰ ਆਪਣੇ ਕਿਸੇ ਵੀ ਡਿਸਟਰੀਬਿਊਟਰ ਤੇ ਤਰਲੇ ਨਹੀਂ ਕੱਢਣੇ ਪੈਣੇ, ਕਿਉਂਕਿ ਜੇਕਰ ਆਪਣੀ ਲਿਸਟ ਹੀ ਛੋਟੀ ਹੋਏਗੀ ਤਾਂ ਆਪਾਂ ਉਹਨਾਂ ਹੀ 4-5 ਡਿਸਟਰੀਬਿਊਟਰ ਦੇ ਆਲੇ ਦੁਆਲੇ ਰਵਾਂਗੇ ਔਰ ਉਹਨਾਂ ਨੂੰ ਹੀ ਬਾਰ-ਬਾਰ ਆਪਾਂ ਫੋਲੋ ਕਰਾਂਗੇ। ਸੋ ਜੇਕਰ ਤੁਹਾਡੀ ਲਿਸਟ ਵੱਡੀ ਹੋਵੇਗੀ ਤਾਂ ਤੁਹਾਡੇ ਚਿਹਰੇ ਤੇ ਕਦੀ ਵੀ ਥਕਾਵਟ ਨਹੀਂ ਹੋਏਗੀ, ਤੁਹਾਡੇ ਚਿਹਰੇ ਤੇ ਹਮੇਸ਼ਾ ਸ਼ਾਈਨਿੰਗ ਰਹੇਗੀ। ਸੋ ਜਿਨ੍ਹਾਂ ਦੇ ਪਰਸਨ ਦੀ ਲਿਸਟ ਜਿਹੜੀ ਛੋਟੀ ਹੁੰਦੀ ਹੈ ਤੁਸੀਂ ਦੇਖਿਓ ਕਿ ਉਹਨਾਂ ਦਾ ਚਿਹਰਾ ਜਿਹੜਾ ਬਹੁਤ ਜ਼ਿਆਦਾ ਮੁਰਝਾ ਜਾਂਦਾ ਹੈ, ਉਹਨਾਂ ਨੂੰ ਏਦਾਂ ਲੱਗਦਾ ਕਿ ਜਿਵੇਂ ਦੁਨੀਆ ਹੀ ਸਾਰੀ ਖਤਮ ਹੋ ਚੁੱਕੀ ਹੋਈ ਹੈ। ਸੋ ਕਦੀ ਵੀ ਲਿਸਟ ਬਣਾਉਂਦੇ ਸਮੇਂ ਤੁਸੀਂ ਕਿਸੇ ਨੂੰ ਪ੍ਰੀ ਜੱਜ ਨਹੀਂ ਕਰਨਾ ਕਿ ਇਹ ਬੰਦਾ ਕੰਮ ਕਰੇਗਾ ਜਾਂ ਨਹੀਂ ਕਰੇਗਾ। ਤੇ ਲਿਸਟ ਜੇ ਆਪਾਂ ਗੱਲ ਕਰੀਏ ਤਾਂ ਲਿਸਟ ਸਿਰਫ ਉਹਨਾਂ ਡਿਸਟਰੀਬਿਊਟਰਾਂ ਦੀ ਗਰੋ ਹੁੰਦੀ ਹੈ ਜਿਨ੍ਹਾਂ ਦਾ ਐਟੀਟਿਊਡ ਹਮੇਸ਼ਾ ਪੋਜ਼ਿਟਿਵ ਹੁੰਦਾ ਹੈ, ਜਿਨ੍ਹਾਂ ਦੇ ਚਿਹਰੇ ਤੇ ਹਰ ਸਮੇਂ ਸਮਾਈਲ ਜਾਂਦੀ ਹੈ, ਕਿਉਂਕਿ ਇਹ ਡਿਸਟਰੀਬਿਊਟਰ ਜਿਸ ਵੀ ਮਾਹੌਲ 'ਚ ਜਾਂਦੇ ਨੇ ਇਹ ਉੱਥੋਂ ਦਾ ਹੀ ਮਾਹੌਲ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਨੇ, ਉੱਥੇ ਫਿਰ ਪੋਜ਼ਿਟਿਵਿਟੀ ਆ ਜਾਂਦੀ ਹੈ। ਸੋ ਜਿਹੜੀ ਲਿਸਟ ਹੈ ਇਹ ਹਮੇਸ਼ਾ 3 ਤਰ੍ਹਾਂ ਦੇ ਲੋਕਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਹੌਟ ਲਿਸਟ, ਇੱਕ ਹੁੰਦੀ ਹੈ ਵਾਰਮ ਲਿਸਟ, ਇੱਕ ਹੁੰਦੀ ਹੈ ਕੋਲਡ ਲਿਸਟ। ਹੌਟ ਲਿਸਟ ਦੇ ਵਿੱਚ ਕੀ ਆਉਂਦਾ ਹੈ ਕਿ ਜਿਹੜੇ ਆਪਣੇ ਰਿਲੇਟਿਵਸ ਆ ਜਾਂਦੇ ਨੇ, ਆਪਣੇ ਫਰੈਂਡਸ ਆ ਜਾਂਦੇ ਨੇ, ਆਪਣੇ ਨੇਬਰਸ ਆ ਜਾਂਦੇ ਨੇ, ਇਹ ਸਾਰੇ ਆਪਣੀ ਹੌਟ ਮਾਰਕੀਟ ਆ ਜਾਂਦੀ ਹੈ। ਵਾਰਮ ਲਿਸਟ ਆਉਂਦੀ ਹੈ ਜਿਹੜੀ ਇਹਨਾਂ ਦੇ ਰੈਫਰੈਂਸ ਦੇ ਥਰੂ ਮਿਲਦੀ ਹੈ, ਆਪਾਂ ਨੂੰ ਆਪਣੇ ਰਿਸ਼ਤੇਦਾਰ ਜਿਹੜੇ ਪਰਸਨਸ ਨੂੰ ਬੁਲਾਉਂਦੇ ਨੇ ਉਹ ਆਉਂਦੀ ਹੈ ਸਾਡੀ ਵਾਰਮ ਲਿਸਟ। ਔਰ ਤੀਸਰੀ ਆਉਂਦੀ ਹੈ ਕੋਲਡ ਲਿਸਟ ਜਿਹੜੀ ਆਪਣੀ ਅਨਨੋਨ ਪਰਸਨ ਦੀ ਹੁੰਦੀ ਹੈ। ਬਟ ਆਪਾਂ ਡਾਇਰੈਕਟ ਵੀ ਕੋਲਡ ਲਿਸਟ ਨੂੰ ਅਪਰੋਚ ਕਰ ਸਕਦੇ ਹਾਂ, ਬਟ ਜੇ ਜਿਹੜਾ ਪ੍ਰੋਸੀਜਰ ਆ ਉਹ ਇਹਦੇ 'ਚ ਜਾਂਦਾ ਕਿ ਪਹਿਲਾਂ ਆਪਾਂ ਨੂੰ ਹੌਟ ਨੂੰ ਟੱਚ ਕਰਨਾ ਪੈਂਦਾ, ਫਿਰ ਹੌਟ ਤੋਂ ਬਾਅਦ ਵਾਰਮ ਨੂੰ, ਔਰ ਵਾਰਮ ਤੋਂ ਬਾਅਦ ਕੋਲਡ ਨੂੰ, ਕਿਉਂਕਿ ਜਿਹੜੇ ਪਰਸਨ ਸਕਸੈਸ ਹੁੰਦੇ ਨੇ ਇਸ ਇੰਡਸਟਰੀ ਦੇ ਵਿੱਚ ਉਹ ਸਾਰੇ ਕੋਲਡ ਲਿਸਟ ਤੋਂ ਹੀ ਸਕਸੈਸ ਹੁੰਦੇ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ, ਇਹ ਮੈਂ ਤੁਹਾਨੂੰ ਲਿਸਟ ਦਾ ਪੈਟਰਨ ਦੱਸਿਆ, ਤੁਸੀਂ ਚਾਹੋ ਤੇ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਕਹਿੰਦੇ ਨੇ ਕਿ ਇੱਕ ਸੈਨਿਕ ਜਿਹੜਾ ਉਹ ਬੜਾ ਸ਼ਕਤੀਸ਼ਾਲੀ ਹੁੰਦਾ ਹੈ, ਪਰ ਜੇ ਉਹਦੀ ਪਿਸਤੌਲ 'ਚ ਕੋਈ ਗੋਲੀ ਨਹੀਂ ਹੈ ਤਾਂ ਉਹ ਕਿਸੇ ਕੰਮ ਦਾ ਨਹੀਂ। ਸਿਮਿਲਰਟੀ ਜੇ ਇੱਕ ਡਿਸਟਰੀਬਿਊਟਰ ਦੇ ਕੋਲ ਪ੍ਰੋਸਪੈਕਟਿੰਗ ਦੀ ਲਿਸਟ ਹੀ ਨਹੀਂ ਹੈਗੀ ਤਾਂ ਕਦੀ ਵੀ ਆਪਣੀ ਲਾਈਫ ਦੇ ਵਿੱਚ ਸਕਸੈਸ ਨਹੀਂ ਹੋ ਸਕਦਾ। ਸੋ ਇਹ ਮੈਂ ਤੁਹਾਨੂੰ ਦਿਖਾਈ ਹੈ ਨੈਵਰ ਗੋਇੰਗ ਨੋਨ ਐਂਡਿੰਗ ਲਿਸਟ, ਕਿ ਤੁਸੀਂ ਆਪਣੀ ਬਹੁਤ ਵੱਡੀ ਲਿਸਟ ਜਿਹੜੀ ਆ ਉਹ ਕਿਵੇਂ ਬਣਾ ਸਕਦੇ ਹੋ, ਨਾ ਖਤਮ ਹੋਣ ਵਾਲੀ ਲਿਸਟ ਕਿਵੇਂ ਬਣਾ ਸਕਦੇ ਹੋ। ਸੋ ਲਿਸਟ ਬਣਾਉਣ ਦਾ ਇੱਕ ਸਭ ਤੋਂ ਵਧੀਆ ਫਾਰਮੂਲਾ ਮੈਂ ਤੁਹਾਨੂੰ ਇਹ ਵੀ ਦੱਸਦੀ ਹਾਂ ਕਿ ਜਦੋਂ ਵੀ ਤੁਸੀਂ ਆਪਣੇ ਮਾਈਂਡ ਦੇ ਵਿੱਚ ਲਿਸਟ ਬਣਾਉਣੀ ਹੈ ਤਾਂ ਹਮੇਸ਼ਾ ਲਾਈਨ 'ਚ ਐਸੋਕੇਸ਼ਨ 'ਚ ਬਣਾਉਣੀ ਹੈ।
ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਉਹ ਹਮੇਸ਼ਾ ਚੀਜ਼ਾਂ ਦੇ ਇਕੱਠ ਨੂੰ ਯਾਦ ਰੱਖਦਾ ਹੈ। ਜਿਵੇਂ ਆਪਾਂ ਅਗਰ ਰਾਮਚੰਦਰ ਨੂੰ ਯਾਦ ਕਰਦੇ ਹਾਂ ਤਾਂ ਤੁਸੀਂ ਦੇਖੋ, ਤੁਸੀਂ ਅੱਖਾਂ ਬੰਦ ਕਰਕੇ ਦੇਖੋ, ਜੇ ਤੁਸੀਂ ਰਾਮਚੰਦਰ ਨੂੰ ਯਾਦ ਕਰੋਗੇ ਤਾਂ ਉਹਨਾਂ ਦੇ ਨਾਲ ਸੀਤਾ ਤੇ ਲਕਸ਼ਮਣ ਜੀ ਤੁਹਾਨੂੰ ਜ਼ਰੂਰ ਦਿਸਣਗੇ। ਸਿਮਿਲਰਟੀ ਜੇ ਤੁਸੀਂ ਕ੍ਰਿਸ਼ਨ ਨੂੰ ਯਾਦ ਕਰੋਗੇ ਤਾਂ ਤੁਹਾਨੂੰ ਰਾਧਾ ਜੀ ਨਾਲ ਜ਼ਰੂਰ ਦਿਸਣਗੇ। ਇਸ ਤਰ੍ਹਾਂ ਜਦੋਂ ਵੀ ਤੁਸੀਂ ਲਿਸਟ ਬਣਾਉਣੀ ਹੈ, ਜੇ ਆਪਾਂ ਆਪਣੇ ਸਕੂਲ ਟਾਈਮ ਦੀ ਗੱਲ ਕਰਦੇ ਹਾਂ ਤਾਂ ਫਰਸਟ, ਸੈਕਿੰਡ, ਥਰਡ, ਫੋਰਥ, ਫਿਫਥ, ਸਿਕਸਥ, 7, 8, 9, 10, +1, +2, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਇਸ ਤਰ੍ਹਾਂ ਤੁਸੀਂ ਦੇਖੋ, ਜੇ ਤੁਸੀਂ ਏਦਾਂ ਲਾਈਨ 'ਚ ਐਸੋਕੇਸ਼ਨ 'ਚ ਸਾਰਿਆਂ ਨੂੰ ਯਾਦ ਰੱਖੋਗੇ, ਏਦਾਂ ਲਿਸਟ ਬਣਾਓਗੇ ਤਾਂ ਤੁਹਾਨੂੰ ਤੁਹਾਡੀ ਲਿਸਟ ਜਿਹੜੀ ਹੈ ਬਹੁਤ ਵੱਡੀ ਹੋ ਜਾਏਗੀ। ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਅਗਰ ਤੁਸੀਂ ਗੱਲ ਕਰੋ ਕਿ ਤੁਸੀਂ ਦੇਖੋ ਕਿ ਜਦੋਂ ਅਸੀਂ 7ਵੀਂ ਕਲਾਸ 'ਚ ਪੜ੍ਹਦੇ ਸੀ ਤਾਂ ਉਦੋਂ ਸਾਡੇ ਨਾਲ ਫਰੈਂਡਸ ਕੌਣ-ਕੌਣ ਸੀ, ਤੇ ਜੇ ਤੁਸੀਂ ਅੱਜ ਵੀ ਉਹਨੂੰ ਰਿਮਾਈਂਡ ਕਰੋ ਤਾਂ ਤੁਹਾਨੂੰ ਆਪਣੇ ਕਲਾਸਰੂਮ ਵੀ ਚੇਤੇ ਆ ਜਾਏਗਾ, ਕਿਹੜੇ ਬੈਂਚ ਤੇ ਤੁਸੀਂ ਬੈਠਦੇ ਸੀ ਤੁਹਾਨੂੰ ਉਹ ਵੀ ਯਾਦ ਆ ਜਾਏਗਾ, ਈਵਨ ਕਿਹੜੇ ਟੀਚਰ ਤੁਹਾਨੂੰ ਪੜ੍ਹਾ ਰਹੇ ਸੀ ਤੁਹਾਨੂੰ ਉਹ ਵੀ ਸਭ ਕੁਝ ਯਾਦ ਆ ਜਾਏਗਾ, ਕਿਉਂਕਿ ਸਾਡਾ ਜਿਹੜਾ ਦਿਮਾਗ ਆ ਉਹ ਹਮੇਸ਼ਾ ਇਕੱਠ ਨੂੰ ਯਾਦ ਕਰਦਾ ਹੈ। ਸੋ ਜਦੋਂ ਵੀ ਲਿਸਟ ਬਣਾਉਣੀ ਹੈ ਹਮੇਸ਼ਾ ਯਾਦ ਰੱਖਣਾ ਹੈ ਕਿ ਹੋਲ ਵਰਲਡ ਇਜ਼ ਅਵਰ ਮਾਰਕੀਟ, ਸਾਰੀ ਦੁਨੀਆ ਹੀ ਸਾਡੀ ਮਾਰਕੀਟ ਹੈ। ਐਵਰੀਵਨ ਇਜ਼ ਵੈਲਕਮ, ਹਰ ਇੱਕ ਬੰਦੇ ਦਾ ਸਵਾਗਤ ਕਰੋ। ਤੁਸੀਂ ਕਿਸੇ ਦਾ ਵੀ ਨਾਮ ਲਿਖ ਸਕਦੇ ਹੋ, ਆਪਣੇ ਫਰੈਂਡਸ ਦਾ ਲਿਖ ਸਕਦੇ ਹੋ, ਰਿਲੇਟਿਵਸ ਦਾ ਲਿਖ ਸਕਦੇ ਹੋ, ਨੇਬਰਸ ਦਾ ਲਿਖ ਸਕਦੇ ਹੋ, ਸਕੂਲ ਫਰੈਂਡਸ ਦਾ ਲਿਖ ਸਕਦੇ ਹੋ, ਤੁਹਾਡੇ ਕਾਲਜ ਦੇ ਕੋਈ ਫਰੈਂਡਸ ਨੇ, ਜਾਂ ਤੁਹਾਡੇ ਘਰ 'ਚ ਜਿਹੜਾ ਦੁੱਧ ਦਿੰਦਾ ਆਣ ਕੇ ਪਰਸਨ ਉਹਦਾ ਨਾਮ, ਦੁੱਧ ਵਾਲੇ ਦਾ ਨਾਮ ਲਿਖ ਸਕਦੇ ਹੋ, ਅਖਬਾਰ ਵਾਲੇ ਦਾ ਨਾਮ ਲਿਖ ਸਕਦੇ ਹੋ, ਆਪਣੇ ਟੇਲਰ ਦਾ ਨਾਮ ਲਿਖ ਸਕਦੇ ਹੋ। ਹਰ ਇੱਕ ਪਰਸਨ ਜੋ ਤੁਹਾਡੀ ਆਉਂਦਾ, ਜੇ ਆਪਾਂ ਜਿਮ ਜੁਆਇਨ ਕੀਤਾ ਹੋਇਆ ਤਾਂ ਆਪਾਂ ਆਪਣੇ ਜਿਮ ਦਾ ਨਾਮ ਲਿਖ ਸਕਦੇ ਹਾਂ, ਆਪਣੇ ਬੱਚਿਆਂ ਦੇ ਸਕੂਲ ਦੇ ਟੀਚਰਸ ਦਾ ਨਾਮ ਲਿਖ ਸਕਦੇ ਹਾਂ, ਪ੍ਰਿੰਸੀਪਲ ਦਾ ਲਿਖ ਸਕਦੇ ਹਾਂ, ਬੱਚਿਆਂ ਦੇ ਆਪਣੇ ਜਿਹੜੇ ਬੱਚਿਆਂ ਦੇ ਗਾਂ ਹੈਗੇ ਨੇ, ਦੋਸਤ ਨੇ, ਉਹਨਾਂ ਦੇ ਪੇਰੈਂਟਸ ਦਾ ਨਾਮ ਲਿਖ ਸਕਦੇ ਹਾਂ। ਯਾਨੀ ਹਰ ਇੱਕ ਬੰਦੇ ਦਾ ਨਾਮ ਤੁਸੀਂ ਆਪਣੀ ਲਿਸਟ ਦੇ ਵਿੱਚ ਲਿਖ ਸਕਦੇ ਹੋ। ਆਪਣੇ ਰਿਲੇਟਿਵ ਟੂ ਰਿਲੇਟਿਵ ਲਿਖ ਸਕਦੇ ਹੋ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਮੈਂ ਅਗਰ ਲਿਸਟ ਆਪਣੀ ਵੱਡੀ ਕਰਦੀ ਹਾਂ ਤਾਂ ਮੈਂ ਦੇਖਾਂਗੀ ਕਿ ਮੇਰੇ ਮਾਮਾ ਜੀ ਦੇ ਨਾਲ ਕੌਣ-ਕੌਣ ਉਹਨਾਂ ਦੇ ਦੋਸਤ ਆਉਂਦੇ ਸੀ, ਸੋ ਮੈਂ ਉਹਨਾਂ ਦਾ ਨਾਮ ਵੀ ਆਪਣੀ ਲਿਸਟ ਦੇ ਵਿੱਚ ਲਿਖ ਸਕਦੀ ਹਾਂ। ਇਸ ਤਰ੍ਹਾਂ ਆਪਣੀ ਲਿਸਟ ਆਪਾਂ ਵੱਡੀ ਕਰ ਸਕਦੇ ਹਾਂ। ਵਟਸਐਪ ਤੇ ਆਪਣੇ ਬਹੁਤ ਸਾਰੇ ਕੰਟੈਕਟ ਨੇ, ਆਪਾਂ ਉਹਨਾਂ ਨੂੰ ਲਿਖ ਸਕਦੇ ਹਾਂ। ਫੇਸਬੁੱਕ ਤੇ ਬਹੁਤ ਸਾਰੇ ਨੇ, ਇੰਸਟਾਗ੍ਰਾਮ ਤੇ ਨੇ, ਜਾਂ ਆਪਾਂ ਕਿਸੇ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਲਿਖ ਸਕਦੇ ਹਾਂ, ਜਾਂ ਜਿਹੜੀਆਂ ਸਾਡੀਆਂ ਪੁਰਾਣੀਆਂ ਫੋਟੋਜ਼ ਨੇ, ਓਲਡ ਫੋਟੋ ਐਲਬਮਸ, ਉਹਨਾਂ ਤੋਂ ਦੇਖ ਕੇ ਵੀ ਆਪਾਂ ਨਾਮ ਲਿਖ ਸਕਦੇ ਹਾਂ। ਆਪਣੇ ਫੋਨ ਦੇ ਵਿੱਚ ਜਿੰਨੇ ਕੰਟੈਕਟ ਨੇ ਉਹ ਆਪਾਂ ਲਿਖ ਕੇ ਆਪਣੀ ਲਿਸਟ ਨੂੰ ਵੱਡੀ ਕਰ ਸਕਦੇ ਹਾਂ। ਸੋ ਜੇਕਰ ਪ੍ਰਮਾਤਮਾ ਨੇ, ਮੈਂ ਇਹੀ ਕਹੂੰਗੀ ਕਿ ਜੇਕਰ ਪ੍ਰਮਾਤਮਾ ਨੇ ਤੁਹਾਨੂੰ ਇੱਕ ਵਧੀਆ ਓਪਰਚੁਨਿਟੀ ਦਿੱਤੀ ਹੈ ਤਾਂ ਉਹਨੂੰ ਆਪਣੇ ਤੱਕ ਹੀ ਸੀਮਤ ਨਾ ਰੱਖੋ, ਉਹਨੂੰ ਸਾਰਿਆਂ ਦੇ ਵਿੱਚ ਵੰਡੋ, ਕਿਉਂਕਿ ਜਿਹੜੀਆਂ ਵੰਡਣ ਦੇ ਨਾਲ ਹਮੇਸ਼ਾ ਜਿਹੜੀਆਂ ਖੁਸ਼ੀਆਂ ਨੇ ਉਹ ਦੁੱਗਣੀਆਂ ਹੁੰਦੀਆਂ ਨੇ। ਸ਼ੇਅਰਿੰਗ ਇਜ਼ ਅ ਵੈਰੀ ਗੁੱਡ ਹੈਬਿਟ। ਜਿੱਦਾਂ ਆਪਾਂ ਫਰੂਟਸ ਤੇ ਸਵੀਟਸ ਵੰਡ ਕੇ ਖਾਂਦੇ ਹਾਂ, ਤਾਂ ਕਿਉਂ ਨਾ ਦੁਨੀਆ ਦੀ ਸਭ ਤੋਂ ਖੂਬਸੂਰਤ ਓਪਰਚੁਨਿਟੀ ਜੋ ਆਦਮੀ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਉਹਨੂੰ ਵੰਡਿਆ ਜਾਵੇ। ਸੋ ਜਿਸ ਦਿਨ ਤੁਹਾਡਾ ਇਹ ਐਟੀਟਿਊਡ ਹੋ ਜਾਏਗਾ ਕਿ ਮੈਂ ਸੇਲਿੰਗ ਨਹੀਂ ਕਰਨੀ, ਮੈਂ ਸ਼ੇਅਰਿੰਗ ਕਰਨੀ ਹੈ, ਉਸ ਦਿਨ ਤੁਹਾਡੀ ਲਿਸਟ ਜਿਹੜੀ ਹੈ ਬਹੁਤ ਵੱਡੀ ਹੋ ਜਾਏਗੀ। ਤੁਹਾਡਾ ਕੰਮ ਕੀ ਹੈ? ਸਿਰਫ ਔਰ ਸਿਰਫ ਹਰ ਇੱਕ ਨੂੰ ਓਪਰਚੁਨਿਟੀ ਦਿਖਾਉਣਾ। ਉਹ ਬੰਦਾ ਕੰਮ ਕਰੇ ਜਾਂ ਨਾ ਕਰੇ, ਯੈਸ ਕਵੇ ਜਾਂ ਨੋ ਕਵੇ, ਇਹ ਉਹਦੇ ਤੇ ਡਿਪੈਂਡ ਕਰਦਾ ਹੈ। ਤੁਸੀਂ ਆਪਣੇ ਵੱਲੋਂ ਇੱਕ ਵਾਰੀ ਉਹਨੂੰ ਇਹ ਓਪਰਚੁਨਿਟੀ ਜ਼ਰੂਰ ਦਿਖਾਣੀ ਹੀ ਦਿਖਾਣੀ। ਸੋ ਹਮੇਸ਼ਾ ਆਪਣੇ ਮਾਈਂਡ ਨੂੰ ਖਾਲੀ ਰੱਖਣਾ ਹੈ। ਕਦੀ ਵੀ ਇਹ ਨਹੀਂ ਹੈ ਕਿ ਕਹੋ ਕਿ ਮੇਰੇ ਮਾਈਂਡ ਦੇ ਵਿੱਚ ਉਹਨੂੰ ਸਭ ਕੁਝ ਯਾਦ ਹੈ, ਨਹੀਂ, ਉਹਨੂੰ ਹਮੇਸ਼ਾ ਖਾਲੀ ਰੱਖੋ। ਜੋ ਵੀ ਤੁਹਾਡਾ ਦਿਮਾਗ 'ਚ ਕੁਝ ਵੀ ਕਿਸੇ ਦਾ ਨਾਮ ਆਉਂਦਾ ਹੈ ਉਹਨੂੰ ਔਨ ਦੀ ਸਪੋਟ ਜਾਂ ਆਪਣੇ ਪੈਨ ਕਾਪੀ ਦੇ ਉੱਤੇ ਲਿਖ ਲਓ, ਕਿਉਂਕਿ ਜਦੋਂ ਤੁਸੀਂ ਏਦਾਂ ਲਿਖੋਗੇ ਤਾਂ ਹਮੇਸ਼ਾ ਤੁਹਾਡੇ ਮਨ ਦੇ ਮਾਈਂਡ ਦੇ ਵਿੱਚ ਨਵੇਂ-ਨਵੇਂ ਆਈਡੀਆਜ਼ ਜਿਹੜੇ ਨੇ ਉਹ ਕ੍ਰੀਏਟ ਹੋਣਗੇ। ਜਦੋਂ ਵੀ ਆਪਾਂ ਲਿਖਣੇ ਆ ਹਮੇਸ਼ਾ ਆਪਾਂ ਉਹਨਾਂ ਲੋਕਾਂ ਦੀ ਭਾਲ ਦੇ ਵਿੱਚ ਰਹਿਣਾ ਜਿਹੜੇ ਲੋਕੀ ਡਰੀਮਰ ਨੇ, ਜਿਹੜੇ ਵਾਕਈ ਚਾਹੁੰਦੇ ਨੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕਰੀਏ। ਸੋ ਲਿਸਟ ਜਿਹੜੀ ਆ ਆਪਣੀ 2-3 ਦਿਨਾਂ ਦੇ ਵਿੱਚ ਕੰਪਲੀਟ ਹੋ ਜਾਣੀ ਚਾਹੀਦੀ ਹੈ। ਆਪਣੀ ਲਿਸਟ ਬਣਾਉਂਦੇ ਸਮੇਂ ਆਪਾਂ ਆਪਣੇ ਫੈਮਿਲੀ ਮੈਂਬਰਸ ਦੀ ਵੀ ਹੈਲਪ ਲੈ ਸਕਦੇ ਹਾਂ। ਉਹਨਾਂ ਦੇ ਨਾਲ ਵੀ ਆਪਾਂ ਅਗਰ ਗੱਲ ਕਰਦੇ ਹਾਂ ਤਾਂ ਆਪਣੀ ਜਿਹੜੀ ਲਿਸਟ ਹੈ ਉਹ ਬਹੁਤ ਵੱਡੀ ਹੋ ਸਕਦੀ ਹੈ। ਸੋ ਨੈਕਸਟ ਸਲਾਈਡ ਤੇ ਆਪਾਂ ਜਾਂਦੇ ਹਾਂ। ਇਹ ਲਿਸਟ ਬਣਾਉਣ ਦਾ ਮੈਂ ਸਹੀ ਤਰੀਕਾ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਲਿਸਟ ਬਣਾ ਸਕਦੇ ਹੋ। ਨੇਮ ਲਿਖ ਸਕਦੇ ਹੋ, ਸਭ ਦੇ ਮੋਬਾਈਲ ਨੰਬਰ ਲਿਖ ਸਕਦੇ ਹੋ, ਸਿਟੀ ਐਂਡ ਸਟੇਟ ਦੇ ਲਿਖ ਸਕਦੇ ਹੋ। ਉਸ ਤੋਂ ਬਾਅਦ ਸਟੇਟਸ ਰਿਮਾਰਕ ਕਿ ਉਹ ਪਰਸਨ ਨੂੰ ਆਪਾਂ ਕਿਸ ਦਿਨ ਮਿਲਣਾ। ਇਹਦੇ ਨਾਲ ਕੀ ਹੋਏਗਾ ਕਿ ਜੇ ਤੁਸੀਂ ਇਹ ਲਿਸਟ ਬਣਾਈ ਹੋਏਗੀ ਤਾਂ ਅਗਰ ਆਪਾਂ ਅੱਜ ਬਿਆਸ ਜਾ ਰਹੇ ਹਾਂ ਤਾਂ ਆਪਾਂ ਦੇਖ ਲਾਂਗੇ ਕਿ ਸਾਡੀ ਲਿਸਟ ਹੈ ਜਿਹੜੀ 100% ਦੀ ਬਣੀ ਹੋਈ ਹੈ, ਤੇ ਇਹਨਾਂ ਵਿੱਚੋਂ ਕਿਹੜੇ-ਕਿਹੜੇ ਪਰਸਨ ਨੇ ਜਿਹੜੇ ਬਿਆਸ ਰਹਿੰਦੇ ਨੇ, ਜਾਂ ਕਿਹੜੇ-ਕਿਹੜੇ ਪਰਸਨ ਨੇ ਜਿਹੜੇ ਬਿਆਸ ਦੇ ਨੇੜੇ-ਨੇੜੇ ਰਹਿੰਦੇ ਨੇ ਜਾਂ ਰਸਤੇ ਦੇ ਵਿੱਚ ਆਉਂਦੇ ਨੇ, ਤਾਂ ਆਪਾਂ ਉਹਨਾਂ ਸਾਰਿਆਂ ਨੂੰ ਮਿਲ ਸਕਦੇ ਹਾਂ। ਸੋ ਇਹਦੇ ਨਾਲ ਇਹ ਹੈ ਕਿ ਤੁਹਾਡੀ ਟਾਈਮ ਦੀ ਵੀ ਬਹੁਤ ਜ਼ਿਆਦਾ ਬਚਤ ਹੋ ਜਾਏਗੀ ਔਰ ਤੁਸੀਂ ਮੈਕਸੀਮਮ ਜਿਹੜੇ ਪਰਸਨ ਨੇ ਉਹ ਟੱਚ ਕਰ ਪਾਓਗੇ। ਬਿਲਬਰੀਟ ਕੀ ਕਹਿੰਦੇ ਨੇ? ਕਹਿੰਦੇ ਕਿ ਮੈਂ 1200 ਲੋਕਾਂ ਨੂੰ ਪਲਾਨ ਸ਼ੋ ਕੀਤਾ ਤੇ ਉਹਨਾਂ ਦੇ ਵਿੱਚੋਂ 900 ਪਰਸਨ ਨੇ ਨੋ ਕਹਿ ਦਿੱਤਾ ਤੇ 300 ਪਰਸਨ ਨੇ ਕਹਿੰਦੇ ਯੈਸ ਕੀਤਾ ਸੀ, ਤੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਐਕਸ਼ਨ ਲਿਆ ਸੀਗਾ ਉਹ ਸਿਰਫ 85% ਸੀ, ਤੇ 35% ਕਹਿੰਦੇ ਇਹੋ ਜਿਹੇ ਸੀ ਜਿਹੜੇ ਸੀਰੀਅਸ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਇਸ ਬਿਜ਼ਨਸ ਨੂੰ ਬਹੁਤ ਵੱਡੇ ਲੈਵਲ ਤੇ ਕਰਨਾ। ਪਰ ਫਿਰ ਵੀ ਕਹਿੰਦੇ ਉਹਨਾਂ ਚੋਂ 11% ਹੀ ਸੀ ਜਿਨ੍ਹਾਂ ਨੇ ਮੈਨੂੰ ਕਰੋੜਪਤੀ ਬਣਾਤਾ। ਸੋ ਜੇ ਤੁਸੀਂ ਵੀ ਆਪਣੀ ਅਜਿਹੀ ਲਿਸਟ ਬਣਾ ਕੇ ਕੰਮ ਕਰੋਗੇ ਤਾਂ ਕਾਮਯਾਬੀ ਤੁਹਾਡੇ ਕਦਮ ਜ਼ਰੂਰ ਚੁੰਮੇਗੀ। ਸੋ ਹਮੇਸ਼ਾ ਇਹੀ ਕਰਨਾ ਕਿ ਆਪਾਂ ਆਪਣੀ ਵੱਧ ਤੋਂ ਵੱਧ ਜਿਹੜੀ ਲਿਸਟ ਹੈ ਉਹਨੂੰ ਬਣਾਈਏ,
ਲਿਸਟ ਨੂੰ ਵੱਡੀ ਕਰੀਏ। ਪ੍ਰੋਸਪੈਕਟਿੰਗ ਜਿਹੜੀ 3 ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇੱਕ ਹੁੰਦੀ ਹੈ ਫੇਸ ਟੂ ਫੇਸ, ਦੂਸਰੀ ਹੁੰਦੀ ਹੈ ਸੋਸ਼ਲ ਮੀਡੀਆ, ਤੀਸਰੀ ਹੁੰਦੀ ਹੈ ਕਾਲਿੰਗ। 3 ਤਰੀਕਿਆਂ ਦੇ ਨਾਲ ਆਪਾਂ ਪ੍ਰੋਸਪੈਕਟਿੰਗ ਕਿਸੇ ਵੀ ਪਰਸਨ ਨੂੰ ਕਰ ਸਕਦੇ ਹਾਂ। ਸੋ ਤਿੰਨਾਂ ਚੋਂ ਤਰੀਕਾ ਤੁਸੀਂ ਜਿਹੜਾ ਮਰਜ਼ੀ ਅਪਣਾ ਲਓ, ਬਸ ਤੁਹਾਡੇ ਜਿਹੜੇ ਸ਼ਬਦ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਨੇ। ਕਿ ਪ੍ਰੋਸਪੈਕਟਿੰਗ ਕਰਦੇ ਸਮੇਂ 40 ਤੋਂ 45 ਸੈਕਿੰਡ ਦੇ ਵਿੱਚ ਸਾਹਮਣੇ ਵਾਲੇ ਬੰਦੇ ਨੂੰ ਤੁਸੀਂ ਜਿਸ ਕੰਮ ਲਈ ਪ੍ਰੋਸਪੈਕਟ ਕਰਨਾ ਹੈ ਉਹਨੂੰ ਉਹਦੇ ਵਿੱਚ ਫਿਊਚਰ ਦਿਖਾਉਣਾ ਹੁੰਦਾ ਹੈ ਕਿ ਉਹ ਬੰਦਾ ਜਿਹੜਾ ਤੁਹਾਡੀ ਗੱਲ ਸੁਣਨ ਦੇ ਲਈ ਰੈਡੀ ਹੋ ਜੇ। ਸੋ ਮੋਸਟਲੀ ਆਪਾਂ ਕਿਸੇ ਨਾਲ ਵੀ ਜਦੋਂ ਵੀ ਗੱਲ ਕਰਦੇ ਹਾਂ, ਜਾਂ ਆਪਾਂ ਫੇਸ ਟੂ ਫੇਸ ਕਿਸੇ ਵੀ ਅਨਨੋਨ ਪਰਸਨ ਨੂੰ ਮਿਲਦੇ ਹਾਂ, ਜਾਂ ਆਪਾਂ ਮੈਸੇਂਜਰ ਦੇ ਥਰੂ ਕਿਸੇ ਨਾਲ ਗੱਲ ਕਰਦੇ ਹਾਂ, WhatsApp ਤੇ ਕਿਸੇ ਨਾਲ ਗੱਲ ਕਰਦੇ ਹਾਂ, ਸੋਸ਼ਲ ਮੀਡੀਆ ਤੇ ਜਾਂ ਕਾਲਿੰਗ ਤੇ ਗੱਲ ਕਰਦੇ ਹਾਂ, ਤੇ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਜਾਂ ਕਿਹੋ ਜਿਹੇ ਆਨਸਰ ਦਿੰਦੇ ਹਾਂ, ਉਹਨਾਂ ਦੇ ਮੈਂ ਕੁਝ ਤੁਹਾਨੂੰ ਇਹਦੇ ਬਾਰੇ ਲਾਈਨਸ ਲਿਖੀਆਂ ਨੇ, ਜਿਹਦੇ ਵਿੱਚ ਹੈ ਕਿ ਜਦੋਂ ਵੀ ਆਪਾਂ ਕਿਸੇ ਨੂੰ ਵੀ ਮੰਨ ਲਓ ਆਪਾਂ ਮੈਸੇਂਜਰ ਤੇ ਕਿਸੇ ਲਈ ਵੀ ਗੱਲ ਕਰਦੇ ਹਾਂ, ਤੇ ਆਪਾਂ ਉਹ ਜਨਰਲੀ ਉਸ ਪਰਸਨ ਨੂੰ ਪੁੱਛਦੇ ਹਾਂ ਕਿ ਹੈਲੋ, ਹਾਊ ਆਰ ਯੂ, ਤੁਹਾਡਾ ਕੀ ਹਾਲ ਚਾਲ ਹੈ, ਹੋਰ ਤੁਹਾਡੀ ਫੈਮਿਲੀ ਦੇ ਵਿੱਚ ਸਾਰੇ ਕਿੱਦਾਂ ਨੇ। ਇਹ ਗੱਲ ਪੁੱਛਣ ਤੋਂ ਬਾਅਦ ਫਿਰ ਆਪਾਂ ਨੈਕਸਟ ਆਪਣਾ ਕੁਐਸਚਨ ਹੁੰਦਾ ਹੈ ਕਿ ਤੁਸੀਂ ਕੀ ਕੰਮ ਕਰਦੇ ਹੋ। ਤਾਂ ਮੋਸਟਲੀ ਆਪਾਂ ਜਦੋਂ ਵੀ ਕਿਸੇ ਨਿਊ ਪਰਸਨ ਨੂੰ ਕਰਦੇ ਹਾਂ ਤਾਂ ਆਪਾਂ ਪਹਿਲਾਂ ਹੀ ਉਹਦੇ ਨਾਲ ਇਹੀ ਗੱਲ ਕਰਦੇ ਹਾਂ ਕਿ ਤੁਸੀਂ ਕੀ ਕੰਮ ਕਰਦੇ ਹੋ, ਤੇ ਉਹ ਪਰਸਨ ਦੱਸਦਾ ਕਿ ਮੈਂ ਬੈਂਕ 'ਚ ਮੈਨੇਜਰ ਹਾਂ। ਹੁਣ ਜਦੋਂ ਉਸ ਪਰਸਨ ਨੇ ਦੱਸਿਆ ਕਿ ਮੈਂ ਬੈਂਕ 'ਚ ਮੈਨੇਜਰ ਹਾਂ, ਤਾਂ ਆਪਾਂ ਕੀ ਰਿਪਲਾਈ ਲਿਖਦੇ ਹਾਂ? ਗੁੱਡ ਲਿਖ ਦਿੰਦੇ ਹਾਂ। ਉਸ ਤੋਂ ਬਾਅਦ ਜਦੋਂ ਸਾਹਮਣੇ ਵਾਲਾ ਪਰਸਨ ਤੁਹਾਡੇ ਤੋਂ ਪੁੱਛਦਾ ਕਿ ਤੁਸੀਂ ਕੀ ਕੰਮ ਕਰਦੇ ਹੋ, ਤਾਂ ਇਹ ਉਹ ਕੁਐਸਚਨ ਹੈ ਜਿਹਦਾ ਰਾਈਟ ਆਨਸਰ ਦੇ ਕੇ ਆਪਾਂ ਉਸਨੂੰ ਆਪਣੇ ਸ਼ਬਦਾਂ ਨਾਲ ਪ੍ਰਭਾਵਿਤ ਕਰ ਸਕਦੇ ਹਾਂ। ਪਰ ਆਪਾਂ ਕੀ ਅੱਗੋਂ ਰਿਪਲਾਈ ਕਰਨੇ ਆ ਕਿ ਅਸੀਂ ਕੰਮ ਕਰਦੇ ਹਾਂ ਨੈਟਵਰਕਿੰਗ, ਤੇ ਉਹ ਬੰਦਾ ਕੀ ਕਹਿੰਦਾ, ਅੱਛਾ ਤੁਸੀਂ ਕੰਪਿਊਟਰ ਨੈਟਵਰਕਿੰਗ ਕਰਦੇ ਹੋ, ਤੇ ਫਿਰ ਆਪਣਾ ਆਨਸਰ ਆਉਂਦਾ ਕਿ ਨਹੀਂ ਜਿਹੜੇ ਸਾਡੇ ਪ੍ਰੋਡਕਟਸ ਨੇ ਨਾ ਉਹ ਡੇਲੀ ਬੇਸ ਤੇ ਨੇ। ਤੇ ਫਿਰ ਉਹ ਅੱਗੋਂ ਪਰਸਨ ਕਹਿੰਦਾ ਅੱਛਾ ਲਾਈਕ ਐਮਵੇ ਫੋਰਐਵਰ, ਤੇ ਫਿਰ ਆਪਾਂ ਕਹਿੰਦੇ ਆ ਨਹੀਂ ਠੀਕ ਹੈ, ਬਟ ਜਿਹੜਾ ਸਾਡਾ ਸਿਸਟਮ ਹੈ ਨਾ ਐਮਵੇ ਤੋਂ ਬਹੁਤ ਵਧੀਆ ਹੈ। ਮਤਲਬ ਕਿ ਆਨਸਰ ਕੀ ਆਉਂਦੇ ਆਪਣੀ ਹਰ ਵਾਰੀ ਕਨਫਿਊਜ਼ਡ। ਸੋ ਜਦੋਂ ਵੀ ਤੁਸੀਂ ਕਿਸੇ ਨੂੰ ਪ੍ਰੋਸਪੈਕਟਿੰਗ ਕਰਨੀ ਹੈ ਤਾਂ ਤੁਸੀਂ ਪ੍ਰੋਸਪੈਕਟਿੰਗ 'ਚ ਕਦੀ ਵੀ ਤੁਸੀਂ ਕੰਪਨੀ ਜਾਂ ਪਲਾਨ ਦੇ ਬਾਰੇ ਨਹੀਂ ਦੱਸਣਾ ਹੁੰਦਾ। ਪ੍ਰੋਸਪੈਕਟਿੰਗ ਕਰਦੇ ਸਮੇਂ ਤੁਸੀਂ ਕੁਝ ਅਜਿਹੇ ਲਫ਼ਜ਼ਾਂ ਦਾ ਹੀ ਤਾਲਮੇਲ ਬਣਾਉਣਾ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਜਿਹੜਾ ਤੁਹਾਡੀ ਗੱਲ ਸੁਣਨ ਲਈ ਰੈਡੀ ਹੋ ਜਾਏ। ਸੋ ਤੁਸੀਂ ਕੀ ਬੋਲਦੇ ਹੋ ਇਹ ਮੈਟਰ ਨਹੀਂ ਕਰਦਾ, ਪਰ ਤੁਸੀਂ ਕਿਵੇਂ ਬੋਲਦੇ ਹੋ ਇਹ ਬਹੁਤ ਜ਼ਿਆਦਾ ਮੈਟਰ ਕਰਦਾ। ਸੋ ਤੁਸੀਂ ਆਨਸਰ ਦੇ ਸਕਦੇ ਹੋ, ਤੁਸੀਂ ਉਹਨੂੰ ਕਹਿ ਸਕਦੇ ਹੋ ਆਈ ਹੈਲਪ ਟੂ ਪੀਪਲ ਟੂ ਅਰਨ ਵੀਕ ਆਫ ਫ੍ਰੀ ਅਬਾਊਟ ਵੈਕੇਸ਼ਨਸ ਐਵਰੀਵੇਅਰ, ਕਿ ਮੈਂ ਲੋਕਾਂ ਦੀ ਮਦਦ ਕਰਦਾ ਹਾਂ ਕਿ ਕਿਸ ਤਰ੍ਹਾਂ ਉਹ ਆਪਣੀਆਂ ਛੁੱਟੀਆਂ ਜਿਹੜੀਆਂ ਨੇ ਹਰ ਸਾਲ ਫੋਰਨ ਦੇ ਵਿੱਚ 1-2 ਹਫ਼ਤੇ ਬਿਤਾ ਸਕਣ। ਸੋ ਜੇ ਇਸ ਪਰਸਨ ਨੂੰ ਤੁਸੀਂ ਫੇਸ ਟੂ ਫੇਸ ਗੱਲ ਕਰ ਰਹੇ ਹੋ ਤਾਂ ਇਹਦੇ ਲਈ ਆਪਾਂ ਆਪਣਾ ਵੌਇਸ ਮੈਗਜ਼ੀਨ ਜਿਹੜਾ ਉਹ ਸ਼ੋਅ ਕਰ ਸਕਦੇ ਹਾਂ, ਤੇ ਜੇ ਆਪਾਂ ਇਹਨੂੰ ਮੈਸੇਂਜਰ ਤੇ ਗੱਲ ਕਰਦੇ ਹਾਂ ਤਾਂ ਫਿਰ ਆਪਾਂ ਉਹਨਾਂ ਨੂੰ ਸਿੱਧਾ ਹੀ ਇਹ ਲਿਖ ਸਕਦੇ ਹਾਂ ਕਿ ਮੈਂ ਲੋਕਾਂ ਨੂੰ ਉਹਨਾਂ ਦੀਆਂ ਛੁੱਟੀਆਂ ਕਿਵੇਂ ਹਰ ਸਾਲ ਆਪਣੀਆਂ ਫੋਰਨ ਦੇ ਵਿੱਚ ਬਿਤਾ ਸਕਣ, ਮੈਂ ਉਹਦੇ ਲਈ ਉਹਦੀ ਹੈਲਪ ਕਰਦਾ ਹਾਂ। ਨੈਕਸਟ ਤੁਸੀਂ ਇਹ ਵੀ ਲਾਈਨ ਲਿਖ ਸਕਦੇ ਹੋ ਆਈ ਹੈਲਪ ਟੂ ਪੀਪਲ ਟੂ ਬਿਲਡ ਦੇਅਰ ਡ੍ਰੀਮਸ, ਮੈਂ ਲੋਕਾਂ ਦੀ ਮਦਦ ਕਰਦਾ ਹਾਂ ਕਿ ਕਿਵੇਂ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਨੇ। ਤੁਸੀਂ ਇਹ ਵੀ ਲਿਖ ਸਕਦੇ ਹੋ ਆਈ ਹੈਲਪ ਟੂ ਪੀਪਲ ਟੂ ਬਿਲਡ ਦੇਅਰ ਫਰੀडम, ਮੈਂ ਲੋਕਾਂ ਦੀ ਮਦਦ ਕਰਦਾ ਹਾਂ ਕਿ ਉਹਨਾਂ ਨੂੰ ਕਿਵੇਂ ਫਾਈਨੈਂਸ਼ੀਅਲ ਫਰੀडम ਮਿਲ ਸਕੇ, ਕਿਵੇਂ ਆਜ਼ਾਦੀ ਮਿਲ ਸਕੇ। ਕਿਹੜੀ ਆਜ਼ਾਦੀ? ਆਰਥਿਕ ਤੇ ਸਮੇਂ ਦੀ ਆਜ਼ਾਦੀ, ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਸਕਣ। ਤੁਸੀਂ ਇਹ ਵੀ ਲਿਖ ਸਕਦੇ ਹੋ ਆਈ ਹੈਲਪ ਟੂ ਪੀਪਲ ਟੂ ਅਰਨ ਪੈਸਿਵ ਇਨਕਮ, ਮੈਂ ਲੋਕਾਂ ਦੀ ਮਦਦ ਕਰਦਾ ਹਾਂ ਕਿ ਉਹਨਾਂ ਨੂੰ ਪੈਸਿਵ ਇਨਕਮ ਕਿਵੇਂ ਮਿਲ ਸਕੇ, ਕਿ ਜਦੋਂ ਕੰਮ ਨਾ ਵੀ ਕਰਨ ਤਾਂ ਵੀ ਉਹਨਾਂ ਨੂੰ ਪੈਸੇ ਆਉਣ। ਮੈਂ ਉਹਨਾਂ ਦੀ ਪੈਸਿਵ ਇਨਕਮ ਵਧਾਉਣ ਦੇ ਵਿੱਚ ਉਹਨਾਂ ਦੀ ਹੈਲਪ ਕਰਦਾ ਹਾਂ। ਤੁਸੀਂ ਇਹ ਵੀ ਲਿਖ ਸਕਦੇ ਹੋ ਆਈ ਹੈਲਪ ਟੂ ਪੀਪਲ ਟੂ ਫਾਈਨੈਂਸ਼ੀਅਲ ਸਿਕਿਉਰਿਟੀ, ਕਿ ਮੈਂ ਲੋਕਾਂ ਦੀ ਮਦਦ ਕਰਦਾ ਹਾਂ ਕਿ ਉਹਨਾਂ ਨੂੰ ਕਿਵੇਂ ਫਾਈਨੈਂਸ਼ੀਅਲ ਸਿਕਿਉਰਿਟੀ ਮਿਲ ਸਕੇ। ਆਈ ਹੈਲਪ ਟੂ ਪੀਪਲ ਟੂ ਪੀਸ ਆਫ ਮਾਈਂਡ, ਮੈਂ ਲੋਕਾਂ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਕਿ ਕਿੱਦਾਂ ਉਹਨਾਂ ਨੂੰ ਮਾਨਸਿਕ ਸੰਤੁਸ਼ਟੀ ਮਿਲੇ, ਕਿੱਦਾਂ ਉਹਨਾਂ ਦੀ ਸੈਟੀਸਫੈਕਸ਼ਨ ਕਿਸ ਤਰ੍ਹਾਂ ਹੋਵੇ। ਆਈ ਹੈਲਪ ਟੂ ਪੀਪਲ ਟੂ ਫਾਇਰ ਦੇਅਰ ਬੌਸ, ਸੋ ਜੇ ਕੋਈ ਪਰਸਨ ਤੁਹਾਨੂੰ ਕਹਿੰਦਾ ਕਿ ਮੈਂ ਜੋਬ ਕਰਦਾ ਆ ਤਾਂ ਉਹਦੇ ਲਈ ਤੇ ਇਹ ਅੱਗ ਦਾ ਕੰਮ ਕਰਦੀ ਹੈ। ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਮੈਂ ਲੋਕਾਂ ਦੀ ਮਦਦ ਕਰਦਾ ਹਾਂ ਕਿ ਕਿਵੇਂ ਉਹ ਆਪਣੇ ਬੌਸ ਦੇ ਨਾਲੋਂ ਵੱਧ ਇਨਕਮ ਲੈ ਸਕਦੇ, ਮੈਂ ਉਹਨਾਂ ਦੇ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕਰਦਾ ਹਾਂ। ਆਈ ਹੈਲਪ ਟੂ ਦ ਪੀਪਲ ਟੂ ਬੀ ਐਟ ਹੋਮ, ਮੈਂ ਉਹਨਾਂ ਲੋਕਾਂ ਦੀ ਮਦਦ ਕਰਦਾ ਹਾਂ ਜੋ ਆਪਣੇ ਘਰ 'ਚ ਹੀ ਰਹਿ ਕੇ ਆਪਣੀ ਇਨਕਮ ਨੂੰ ਵਧਾਉਣਾ ਚਾਹੁੰਦੇ ਹਨ। ਸੋ ਮੈਂ ਇਨਕਮ ਵਧਾਉਣ ਦੇ ਵਿੱਚ ਉਹਨਾਂ ਦੀ ਹੈਲਪ ਕਰਦਾ ਹਾਂ। ਆਈ ਹੈਲਪ ਟੂ ਦ ਪੀਪਲ ਵਿਦ ਦੇਅਰ ਓਨ ਬੌਸ, ਮੈਂ ਲੋਕਾਂ ਦੀ ਮਦਦ ਕਰਦਾ ਹਾਂ ਕਿ ਉਹ ਆਪਣੇ ਵਪਾਰ ਦੇ ਆਪ ਮਾਲਕ ਕਿਵੇਂ ਬਣ ਸਕਦੇ ਨੇ, ਕਿਵੇਂ ਆਪਣੀ ਲਾਈਫ ਨੂੰ ਇੰਜੋਏ ਕਰ ਸਕਦੇ ਨੇ। ਤੁਸੀਂ ਇਹ ਵੀ ਲਿਖ ਸਕਦੇ ਹੋ ਆਈ ਹੈਲਪ ਟੂ ਦ ਪੀਪਲ ਟੂ ਕੀਪ ਗੁੱਡ ਹੈਲਥ, ਮੈਂ ਲੋਕਾਂ ਦੀ ਮਦਦ ਕਰਦਾ ਹਾਂ ਕਿ ਉਹ ਆਪਣੀ ਸਿਹਤ ਨੂੰ ਕਿਵੇਂ ਠੀਕ ਰੱਖ ਸਕਦੇ ਨੇ। ਆਈ ਹੈਲਪ ਟੂ ਦ ਪੀਪਲ ਟੂ ਇੰਜੋਏ ਲਗਜ਼ਰੀ ਲਾਈਫ, ਮੈਂ ਲੋਕਾਂ ਦੀ ਮਦਦ ਕਰਦਾ ਹਾਂ ਕਿ ਉਹ ਆਪਣੀ ਲਾਈਫ ਨੂੰ ਕਿਵੇਂ ਲਗਜ਼ਰੀ ਇੰਜੋਏ ਕਰ ਸਕਦੇ ਨੇ। ਸੋ ਇਹ ਕੁਝ ਟਿਪਸ ਮੈਂ ਦਿੱਤੇ ਸੀਗੇ, ਤੁਸੀਂ ਇਹ ਟਿਪਸ ਨੋਟ ਕਰ ਸਕਦੇ ਹੋ।
ਸਕਰੀਨਸ਼ਾਟ ਵੀ ਲੈ ਸਕਦੇ ਹੋ, ਤੁਸੀਂ ਇਹ ਗੱਲਾਂ ਕਹਿ ਕੇ ਉਸ ਬੰਦੇ ਨੂੰ ਪ੍ਰਭਾਵਿਤ ਕਰ ਸਕਦੇ ਹੋ। ਸੋ ਜਦੋਂ ਤੁਸੀਂ ਇਹ ਗੱਲਾਂ ਕਿਸੇ ਵੀ ਪਰਸਨ ਨੂੰ ਕਹਿੰਦੇ ਹੋ ਤੇ ਇਹ ਸੁਣ ਕੇ ਸਾਹਮਣੇ ਵਾਲਾ ਬੰਦਾ ਹਮੇਸ਼ਾ ਤੁਹਾਡੇ ਤੋਂ ਪ੍ਰਭਾਵਿਤ ਹੁੰਦਾ ਹੈ। ਤੇ ਫਿਰ ਤੁਸੀਂ ਕੀ ਕਰਨਾ ਹੁੰਦਾ ਹੈ, 40 ਤੋਂ 45 ਮਿੰਟ ਦਾ ਸਮਾਂ ਲੈਣਾ ਹੁੰਦਾ ਹੈ ਉਹਦੇ ਨਾਲ ਬੈਠ ਕੇ ਗੱਲ ਕਰਨ ਦਾ। ਬਾਕੀ ਇਹ ਨਹੀਂ ਹੈ ਕਿ ਉਹ ਪਰਸਨ ਤੁਹਾਨੂੰ ਬਹੁਤ ਕੁਝ ਪੁੱਛੇਗਾ, ਤੁਸੀਂ ਉਹਦੇ ਨਾਲ ਕੋਈ ਗੱਲ ਨਹੀਂ ਕਰਨੀ, ਸਿਰਫ ਤੁਸੀਂ ਉਹਦੇ ਕੋਲੋਂ ਟਾਈਮ ਲੈਣਾ ਕਿ ਤੂੰ ਸਾਨੂੰ 40 ਤੋਂ 45 ਮਿੰਟ ਦਾ ਟਾਈਮ ਦੇ ਤੇ ਆਪਾਂ ਬੈਠ ਕੇ ਗੱਲ ਕਰਦੇ ਹਾਂ। ਹੁਣ ਜਦੋਂ ਹੀ ਤੁਹਾਨੂੰ ਉਸ ਪਰਸਨ ਨੇ ਟਾਈਮ ਦਿੱਤਾ ਤਾਂ ਇਮੀਡੀਏਟਲੀ ਤੁਸੀਂ ਉਹਨੂੰ ਯੈਸ ਕਹਿਣਾ ਹੁੰਦਾ ਹੈ, ਔਰ ਉਹਦੇ ਦਿੱਤੇ ਹੋਏ ਟਾਈਮ ਤੇ ਤੁਸੀਂ ਵੈਲ ਡਰੈਸਡ ਪਹੁੰਚਣਾ ਹੁੰਦਾ ਹੈ। ਕਿਉਂਕਿ ਜਿਹੜੀ ਸਾਡਾ ਡਰੈਸ ਕੋਡ ਹੈ ਨਾ, ਉਹ 65% ਕੰਮ ਕਰਦਾ ਹੈ। 30% ਕੰਮ ਕਰਦਾ ਹੈ ਕਿ ਤੁਸੀਂ ਕੀ ਬੋਲਦੇ ਹੋ, ਕਿਸ ਤਰ੍ਹਾਂ ਬੋਲਦੇ ਹੋ, ਤੇ 5% ਕੰਮ ਮੈਟਰ ਕਰਦਾ ਕਿ ਤੁਸੀਂ ਬੋਲਦੇ ਕੀ ਹੋ। ਸੋ ਜਦੋਂ ਵੀ ਤੁਸੀਂ ਉਸ ਬੰਦੇ ਨੇ ਤੁਹਾਨੂੰ ਟਾਈਮ ਦਿੱਤਾ ਹੈ, ਤੁਸੀਂ ਹਮੇਸ਼ਾ ਵੈਲ ਡਰੈਸਡ ਪਹੁੰਚਣਾ ਹੈ ਔਰ ਟਾਈਮ ਸਿਰ ਪਹੁੰਚਣਾ ਹੈ। ਤੇ ਫਿਰ ਜਿਹੜਾ 40 ਤੋਂ 45 ਸੈਕਿੰਡ ਦਾ ਸਮਾਂ ਹੁੰਦਾ ਹੈ, ਇਹਦੇ ਵਿੱਚ ਹੀ ਤੁਸੀਂ ਸਾਹਮਣੇ ਵਾਲੇ ਪਰਸਨ ਨੂੰ ਤੇ ਉਹ ਤੁਹਾਨੂੰ ਸਮਝ ਆਉਂਦਾ ਹੈ ਕਿ ਤੁਸੀਂ ਉਹਦੇ ਨਾਲ ਕਿੱਦਾਂ ਦਾ ਵਿਹਾਰ ਕਰਦੇ ਹੋ। ਕਿਉਂਕਿ ਇਹ ਜਿਹੜਾ ਬਿਜ਼ਨਸ ਹੈ ਨਾ, ਇਹ ਪੀਪਲ ਡੀਲਿੰਗ ਦਾ ਬਿਜ਼ਨਸ ਹੈ, ਪੀਪਲ ਹੈਂਡਲਿੰਗ ਦਾ ਬਿਜ਼ਨਸ ਹੈ, ਸਾਈਕੋਲੋਜੀਕਲ ਬਿਜ਼ਨਸ ਹੈ। ਹੁਣ ਜਦੋਂ ਵੀ ਤੁਸੀਂ ਕਿਸੇ ਵੀ ਪ੍ਰੋਸਪੈਕਟ ਦੇ ਕੋਲ ਜਾਂਦੇ ਹੋ ਤਾਂ ਉਹ ਹਮੇਸ਼ਾ ਹੀ ਸੋਚਦਾ ਹੈ ਕਿ ਤੁਸੀਂ ਆਏ ਕਿਉਂ ਹੋ, ਕਿਉਂਕਿ ਉਹ ਸੋਚਦਾ ਹੈ ਕਿ ਉਹ ਤੁਹਾਡੇ ਤੇ ਵਿਸ਼ਵਾਸ ਕਰੇ ਜਾਂ ਨਾ ਕਰੇ, ਟਰਸਟਵਰਦੀ ਹੋ ਤੁਸੀਂ ਜਾਂ ਨਹੀਂ। ਇਸ ਲਈ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਜਾਣਾ ਹੈ ਤਾਂ ਤੁਹਾਡਾ ਜਿਹੜਾ ਫੇਸ ਹੈ ਉਹ ਸਮਾਈਲਿੰਗ ਹੋਣਾ ਚਾਹੀਦਾ ਹੈ, ਤੁਹਾਡੇ ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਹੋਣੀ ਚਾਹੀਦੀ ਹੈ ਜਦੋਂ ਵੀ ਤੁਸੀਂ ਕਿਸੇ ਵੀ ਨਿਊ ਪਰਸਨ ਨੂੰ ਮਿਲਣਾ। ਕਿਉਂਕਿ ਜੇ ਤੁਹਾਡਾ ਆਪਣਾ ਚਿਹਰਾ ਹੀ ਮੁਸਕਰਾਇਆ ਹੋਇਆ ਨਹੀਂ ਹੋਏਗਾ, ਤੁਹਾਡੇ ਚਿਹਰੇ ਤੇ ਕੋਈ ਵੀ ਮੁਸਕਰਾਹਟ ਨਹੀਂ ਹੋਏਗੀ, ਤਾਂ ਨੈਚੁਰਲੀ ਉਹ ਬੰਦਾ ਤੁਹਾਡੇ ਤੋਂ ਪ੍ਰਭਾਵਿਤ ਨਹੀਂ ਹੋਏਗਾ। ਸੋ ਜਦੋਂ ਵੀ ਤੁਸੀਂ ਕਿਸੇ ਨਾਲ ਵੀ ਗੱਲ ਕਰਨੀ ਹੈ, ਫਸਟ ਟਾਈਮ ਤੁਸੀਂ ਕਿਸੇ ਨੂੰ ਵੀ ਮਿਲਣਾ ਹੈ, ਤਾਂ ਹਮੇਸ਼ਾ ਆਪਣਾ ਫੇਸ ਜਿਹੜਾ ਉਹ ਸਮਾਈਲਿੰਗ ਰੱਖਣਾ ਹੈ, ਤੁਹਾਡੇ ਚਿਹਰੇ ਤੇ ਇੱਕ ਮੁਸਕਰਾਹਟ ਹੋਣੀ ਚਾਹੀਦੀ ਹੈ, ਯਾਨੀ ਚੀਅਰਫੁਲਨੈਸ ਰਹੋ। ਜਦੋਂ ਤੁਸੀਂ ਮੁਸਕਰਾ ਨਹੀਂ ਹੁੰਦੇ, ਮੁਸਕਰਾਉਂਦੇ ਨਹੀਂ ਹੋ, ਤਾਂ ਸਾਹਮਣੇ ਵਾਲਾ ਜਿਹੜਾ ਬੰਦਾ ਹੈ ਉਹ ਵੀ ਤੁਹਾਡੇ ਪ੍ਰਤੀ ਕਦੀ ਵੀ ਅਟਰੈਕਟ ਨਹੀਂ ਹੁੰਦਾ। ਯਾਨੀ ਮੁਸਕਰਾਹਟ ਬਿਖੇਰਨੀ ਚਾਹੀਦੀ ਹੈ, ਤੁਹਾਡੇ ਜਿਹੜੇ ਦੰਦ ਨੇ ਨਾ ਉਹ ਡੈਂਟਾਸ਼ੋਰ ਪੇਸਟ ਦੇ ਨਾਲ ਚਮਕਦੇ ਦਿਖਣੇ ਚਾਹੀਦੇ ਨੇ। ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਸਾਹਮਣੇ ਵਾਲਾ ਪਰਸਨ ਤੁਹਾਡੇ ਪ੍ਰਤੀ ਅਟਰੈਕਟ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਜੁੜੇ ਜਾਂ ਨਾ ਜੁੜੇ, ਉਹ ਮਨ ਦੇ ਵਿੱਚ ਉਹਦੇ ਇਹੀ ਥੋਟ ਹੁੰਦਾ ਹੈ। ਸੋ ਇਸ ਕਰਕੇ ਜਿਹੜਾ ਮੁਸਕਰਾਣਾ ਹੈ ਇਹ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਤੁਹਾਡੇ ਸ਼ਬਦ ਤੁਹਾਡੇ ਮੂੰਹ ਚੋਂ ਬਾਅਦ ਚੋਂ ਨਿਕਲਣ, ਪਹਿਲਾਂ ਮੁਸਕਰਾਹਟ ਨਿਕਲਣੀ ਚਾਹੀਦੀ ਹੈ। ਸੋ ਜਦੋਂ ਤੁਸੀਂ ਮੁਸਕਰਾਉਂਦੇ ਹੋ ਤਾਂ ਸਾਹਮਣੇ ਵਾਲੇ ਪਰਸਨ ਨੂੰ ਮੈਸੇਜ ਦਿੰਦੇ ਹੋ ਕਿ ਆਈ ਐਮ ਫਰੈਂਡਲੀ ਅਪਰੋਚੇਬਲ ਟੂ ਯੂ। ਸੋ ਹਮੇਸ਼ਾ ਆਲਵੇਜ਼ ਸਮਾਈਲ, ਹਮੇਸ਼ਾ ਤੁਸੀਂ ਜਦੋਂ ਵੀ ਕਿਸੇ ਨਾਲ ਗੱਲ ਕਰਨੀ ਹੈ ਪਹਿਲਾਂ ਜਿਹੜਾ ਤੁਹਾਡਾ ਫੇਸ ਹੈ ਉਹ ਸਮਾਈਲਿੰਗ ਹੋਣਾ ਚਾਹੀਦਾ ਹੈ। ਸੈਕਿੰਡ ਹੈ ਆਈ ਕੰਟੈਕਟ। ਸੋ ਅਪਰੋਚ ਕਰਦੇ ਸਮੇਂ ਜਿਹੜਾ ਤੁਹਾਡਾ ਆਈ ਕੰਟੈਕਟ ਉਸ ਪਰਸਨ ਦੇ ਨਾਲ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਸਾਹਮਣੇ ਵਾਲੇ ਪਰਸਨ ਦੀ ਅੱਖਾਂ ਦੇ ਕਲਰ ਦਾ ਪਤਾ ਹੋਣਾ ਚਾਹੀਦਾ ਕਿ ਇਹਦੀ ਅੱਖਾਂ ਦਾ ਰੰਗ ਕਿੱਦਾਂ ਦਾ ਹੈ। ਸੋ ਇਹਦੇ ਨਾਲ ਕੀ ਹੋਏਗਾ ਕਿ ਤੁਹਾਡਾ ਆਪਣਾ ਕੌਨਫੀਡੈਂਸ ਕਦੀ ਵੀ ਲੋ ਨਹੀਂ ਹੋਏਗਾ। ਜਦੋਂ ਆਪਾਂ ਕਿਸੇ ਵੀ ਪਰਸਨ ਦੇ ਨਾਲ ਗੱਲ ਕਰਦੇ ਹਾਂ, ਆਈ ਕੰਟੈਕਟ ਨਾਲ ਗੱਲ ਕਰਦੇ ਹਾਂ, ਤੇ ਇਹਦੇ ਨਾਲ ਕੀ ਹੋਏਗਾ ਕਿ ਉਸ ਪਰਸਨ ਨੂੰ ਪਤਾ ਲੱਗਦਾ ਕਿ ਆਪਾਂ ਜੋ ਬੋਲ ਰਹੇ ਹਾਂ ਉਹ ਸੱਚ ਬੋਲ ਰਹੇ ਹਾਂ। ਕਿਉਂਕਿ ਕਹਿੰਦੇ ਆ ਕਿ ਜੇ ਝੂਠ ਬੋਲਦੇ ਆ ਤਾਂ ਹਰ ਇੱਕ ਬੰਦਾ ਜਿਹੜਾ ਆਪਣੀਆਂ ਨਜ਼ਰਾਂ ਚੁਰਾ ਕੇ ਗੱਲ ਕਰਦਾ, ਪਰ ਜਦੋਂ ਆਪਾਂ ਉਹਦੇ ਨਾਲ ਕੌਨਫੀਡੈਂਸ ਦੇ ਨਾਲ ਉਹਦੀਆਂ ਆਈ ਕੰਟੈਕਟ ਮਿਲਾ ਕੇ ਉਹਦੇ ਨਾਲ ਗੱਲ ਕਰਾਂਗੇ ਤਾਂ ਉਹ ਬੰਦੇ ਦਾ ਵੀ ਕੌਨਫੀਡੈਂਸ ਜਿਹੜਾ ਉਹ ਲੋ ਨਹੀਂ ਹੋਏਗਾ, ਤੇ ਉਹ ਬੰਦਾ ਤੁਹਾਡੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏਗਾ, ਫੁੱਲ એનર્ਜੀ ਦੇ ਨਾਲ ਉਹ ਤੁਹਾਡੀ ਗੱਲ ਸੁਣੇਗਾ ਕਿ ਤੁਸੀਂ ਉਹਨੂੰ ਕੀ ਕਹਿ ਰਹੇ ਹੋ। ਸੋ ਜੇ ਆਪਾਂ ਆਈ ਕੰਟੈਕਟ ਮਿਲਾ ਕੇ ਕਿਸੇ ਬੰਦੇ ਨਾਲ ਗੱਲ ਕਰਦੇ ਹਾਂ ਤਾਂ 100 ਦੇ ਵਿੱਚੋਂ 95% ਲੋਕ ਜਿਹੜੇ ਨੇ ਤੁਹਾਨੂੰ ਇਮੀਡੀਏਟਲੀ ਯੈਸ ਕਹਿੰਦੇ ਨੇ ਔਰ ਤੁਹਾਡੇ ਨਾਲ ਬਿਜ਼ਨਸ ਜੁਆਇਨ ਕਰਨ ਦੇ ਲਈ ਵੀ ਰੈਡੀ ਹੋ ਜਾਂਦੇ ਨੇ। ਸੋ ਇਸ ਕਰਕੇ ਜਦੋਂ ਵੀ ਤੁਸੀਂ ਗੱਲ ਕਰਨੀ ਹੈ ਫੁੱਲ એનર્ਜੀ ਦੇ ਨਾਲ, ਫੁੱਲ ਕੌਨਫੀਡੈਂਸ ਦੇ ਨਾਲ, ਔਰ ਉਸ ਬੰਦੇ ਦੇ ਨਾਲ ਤੁਸੀਂ ਆਪਣਾ ਆਈ ਕੰਟੈਕਟ ਮਿਲਾ ਕੇ ਫਿਰ ਉਹਦੇ ਨਾਲ ਗੱਲ ਕਰਨੀ ਹੈ। ਕਿਉਂਕਿ ਤੁਸੀਂ ਕੀ ਬੋਲਦੇ ਹੋ ਇਹ ਉਸ ਸਮੇਂ ਮੈਟਰ ਨਹੀਂ ਕਰਦਾ, ਪਰ ਤੁਹਾਡੀ ਬੋਡੀ ਲੈਂਗੁਏਜ ਜਿਹੜੀ ਹੈ ਇਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਉਸ ਤੋਂ ਬਾਅਦ ਆਉਂਦਾ ਹੈ ਸ਼ੇਕ ਹੈਂਡਸ, ਕਿ ਤੁਹਾਡਾ ਜਿਹੜਾ ਹੱਥ ਮਿਲਾਉਣ ਦਾ ਤਰੀਕਾ ਹੈ ਬਹੁਤ ਹੀ ਜ਼ਿਆਦਾ ਜ਼ਬਰਦਸਤ ਹੋਣਾ ਚਾਹੀਦਾ ਹੈ, ਅਟਰੈਕਟਿਵ ਹੋਣਾ ਚਾਹੀਦਾ ਹੈ। ਕਿ ਜਿਹੜੀ ਤੁਹਾਡੀ ਜਦੋਂ ਆਪਾਂ ਕਿਸੇ ਨਾਲ ਹੱਥ ਮਿਲਾਉਂਦੇ ਹਾਂ ਤਾਂ ਉਹਦੀ ਜਿਹੜੀ ਤੁਹਾਡੀ ਪਕੜ ਆ ਬਹੁਤ ਜ਼ਿਆਦਾ ਮਜ਼ਬੂਤ ਹੋਣੀ ਚਾਹੀਦੀ ਹੈ। ਹੈਂਡਸ਼ੇਕ ਕਰਦੇ ਸਮੇਂ ਜਿਹੜਾ ਹੱਥ ਹੈ ਉਹ ਵਾਰ-ਵਾਰ ਨਹੀਂ ਹਿਲਾਉਣਾ, ਸਿਰਫ ਇੱਕ ਵਾਰ ਤੁਸੀਂ ਉਹਨਾਂ ਹੱਥ ਹੀ ਹਿਲਾਉਣਾ ਹੈ। ਤੇ ਜਿਹੜਾ ਤੁਹਾਡਾ ਜਦੋਂ ਤੁਸੀਂ ਉਹਦੇ ਨਾਲ ਹੈਂਡਸ਼ੇਕ ਕਰਨੀ ਹੈ ਤਾਂ ਉਸ ਸਮੇਂ ਵੀ ਤੁਹਾਡਾ ਆਈ ਕੰਟੈਕਟ ਉਹਦੇ ਨਾਲ ਹੋਣਾ ਚਾਹੀਦਾ ਹੈ, ਕਿ ਤੁਹਾਡੇ ਹੱਥ ਮਿਲਾਉਣ ਦਾ ਤਰੀਕਾ ਜਿਹੜਾ ਇੱਕ ਬਿਜ਼ਨਸਮੈਨ ਵਰਗਾ ਹੋਣਾ ਚਾਹੀਦਾ ਹੈ। ਸੋ ਮੋਸਟਲੀ ਜਦੋਂ ਤੁਸੀਂ ਹੈਂਡਸ਼ੇਕ ਕਰਨਾ ਪ੍ਰੋਪਰ ਇੱਕ ਬਿਜ਼ਨਸਮੈਨ ਦੀ ਤਰ੍ਹਾਂ ਕਰਨਾ ਹੈ, ਨਹੀਂ ਤਾਂ ਤੁਸੀਂ ਉਹਨੂੰ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਵੀ ਬੁਲਾ ਸਕਦੇ ਹੋ। ਅੱਜ ਕੱਲ੍ਹ ਸਾਰੇ ਲੋਕ ਸਤਿ ਸ਼੍ਰੀ ਅਕਾਲ ਹੀ ਸਭ ਨੂੰ ਬੁਲਾਉਂਦੇ ਨੇ, ਬਟ ਜੇਕਰ ਤੁਸੀਂ ਹੈਂਡਸ਼ੇਕ ਕਰਨਾ ਹੈ ਤਾਂ ਤੁਹਾਡਾ ਜਿਹੜਾ ਆਈ ਕੰਟੈਕਟ ਆ ਉਹਦੇ ਨਾਲ ਜ਼ਰੂਰ ਹੋਣਾ ਚਾਹੀਦਾ। ਸੋ ਲਾਸਟ 'ਚ ਮੈਂ ਇਹੀ ਕਰੂੰਗੀ ਕਿ ਪ੍ਰੋਸਪੈਕਟਿੰਗ ਦਾ ਇੱਕੋ ਹੀ ਮੋਟਿਵ ਹੈ ਕਿ ਆਪਣੇ ਸ਼ਬਦਾਂ ਦੇ ਨਾਲ ਸਾਹਮਣੇ ਵਾਲੇ ਬੰਦੇ ਨੂੰ ਤਿਆਰ ਕਰ ਲੈਣਾ ਤਾਂ ਕਿ ਉਹ ਤੁਹਾਡੀ ਗੱਲ ਸੁਣਨ ਲਈ ਰੈਡੀ ਹੋ ਜਾਵੇ। ਸੋ ਥੈਂਕ ਯੂ, ਵਿਸ਼ ਯੂ ਵੈਲਥ। ਇਹਦੇ ਨਾਲ ਹੀ ਮੇਰੀ ਜਿਹੜੀ ਮੀਟਿੰਗ ਹੈ ਅੱਜ ਦੀ ਸਮਾਪਤ ਹੁੰਦੀ ਹੈ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।